सिखो शब्द प्यारियो, जन्म मरण की टेक, मुख उजल सदा सुखी, नानक सिमरत एक ओंकार सतनाम करता पुरख, निरभौ निर्वैर अकाल मूरत, अजूनी सैभं गुर प्रसाद। श्री राग महला पंजवा। सभे थोक प्राप्ति, जे आवे एक हथ, जन्म पदार्थ सफल है, जे सच्चा शब्द कथ, गुर ते महल प्राप्ते, जिस लिखिया होवै मथ, मेरे माना एकस स्यों चित लाए, एकस बिन सब धंध है, सब मिथ्या मोह माय। मेरे माना एकस स्यों चित लाए, एकस बिन सब धंध है, सब मिथ्या मोह माय। रहाओ लख खुशियां पातशाहियां, जे सतगुर नदर करे, निमुख एक हर नाम दे, मेरा मन तन शीतल होए। जिसको पूर्व लिखिया, तिन सतगुर चरण गहे, सफल मूरत सफला घड़ी, जित सच्चे नाल प्यार, दुख संताप न लगई, जिस हर का नाम आधार। बाहां पकड़ गुर काढ़िया, सोई उतरिया पार। थान सुहावा पवित है, थान सुहावा पवित है, जिथै संत सभा, ढोई तिस ही नू मिलै, जिन पूरा गुरु लभा। नानक बद्दा घर तहां, जिथे मिरत ना जन्म जरा। थान सुहावा पवित है, जिथे संत सभा, ढोई तिस ही नू मिलै, जिन पूरा गुरु लभा। नानक बद्दा घर तहां, जिथे मिरत न जन्म जरा। परम सन्मान योग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। परिवार ने अपने बच्चों के आनंद कार्य के संबंध विच अपने गृह विखे अज का गुरमत समागम
ਸੰਗਤਾਂ ਦੇ, ਰਿਸ਼ਤੇਦਾਰਾਂ ਦੇ, ਨਗਰ ਨਿਵਾਸੀਆਂ ਦੇ ਸਾਰਿਆਂ ਦੇ ਸਹਿਯੋਗ ਨਾਲ ਉਲੀਕਿਆ। ਤੁਸੀਂ ਰਿਸ਼ਤੇਦਾਰ, ਸਾਖ ਸੰਬੰਧੀ, ਦੋਸਤ ਮਿੱਤਰ, ਇਲਾਕਾ ਨਿਵਾਸੀ ਗੁਰੂ ਦੀ ਗੋਦ ਵਿੱਚ ਬਹੁਤ ਪਿਆਰ ਨਾਲ ਜੁੜ ਕੇ ਬੈਠੇ ਹੋ। ਜਿੱਥੇ ਆਪਾਂ ਸਤਿਗੁਰ ਦੀ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ ਹੈ, ਉੱਥੇ ਆਪਾਂ ਸਤਿਕਾਰਯੋਗ ਭਾਈ ਸਾਹਿਬ ਹੋਣੀ, ਦਵਿੰਦਰ ਸਿੰਘ ਹੋਣੀ, ਤਿੰਨਾਂ ਪਾਸੋਂ ਬਹੁਤ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਰਵਣ ਕਰਾਇਆ। ਆਓ ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਆਪਾਂ ਪਾਠ ਸਰਵਣ ਕੀਤਾ ਹੈ, ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ, ਪ੍ਰਥਮ ਰਾਗ ਸ੍ਰੀ ਰਾਗ, ਉਸ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 44 ਦੇ ਉੱਪਰ ਇਹ ਸ਼ਬਦ ਸੁਭਾਇਮਾਨ ਹੈ। ਨਿਮਰਤਾ ਸਹਿਤ ਸਾਰੀ ਸੰਗਤ ਦੇ ਅੱਗੇ ਬੇਨਤੀ ਹੈ, ਜਿਨ੍ਹਾਂ ਨੇ ਜਲ ਪਾਣੀ ਛਕ ਲਿਆ, ਜਲ ਪਾਣੀ ਛਕਣ ਤੋਂ ਬਾਅਦ ਬਾਹਰ ਕੁਰਸੀਆਂ 'ਤੇ ਬੈਠਣ ਦੀ ਬਜਾਏ, ਆਪਸ ਵਿੱਚ ਗੱਲਾਂ ਕਰਨ ਦੀ ਬਜਾਏ ਅੰਦਰ ਆਣ ਕੇ ਪੰਡਾਲ ਦੇ ਵਿੱਚ ਬੈਠਣ ਦਾ ਆਪਾਂ ਯਤਨ ਕਰੀਏ, ਕਿਉਂਕਿ ਇੱਦਾਂ ਦੇ ਮੌਕੇ ਰੋਜ਼ ਨਹੀਂ ਬਣਦੇ। ਤੁਸੀਂ ਵੀ, ਆਪਾਂ ਸਾਰੇ ਗ੍ਰਸਤੀ ਹਾਂ, ਆਪਾਂ ਨੂੰ ਇੱਦਾਂ ਦੇ ਸਮਾਗਮਾਂ 'ਤੇ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ। ਬਹੁਤ ਘੱਟ ਪਰਿਵਾਰ ਹੁੰਦੇ ਨੇ ਜਿਹੜੇ ਬੱਚੇ ਬੱਚੀਆਂ ਦੇ ਆਨੰਦ ਕਾਰਜਾਂ 'ਤੇ ਇੱਦਾਂ ਦਾ ਪੰਡਾਲ ਸਜਾਉਂਦੇ ਨੇ ਅਤੇ ਇੱਦਾਂ ਦਾ ਕੋਈ ਪ੍ਰਬੰਧ ਕਰਦੇ ਨੇ। ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਦਵਾ ਦਵ ਮਹਾਰਾਜ ਦਾ ਸਰੂਪ ਲਿਆਉਣਾ, ਸੁਖਮਨੀ ਸਾਹਿਬ ਦਾ ਪਾਠ ਕਰਾਓ ਅਤੇ ਸਰੂਪ ਨੂੰ ਗੁਰਦੁਆਰੇ ਛੱਡ ਆਓ, ਕਿਉਂਕਿ ਸਾਨੂੰ ਔਖਾ ਲੱਗਦਾ ਹੈ 2, 2.5, 3 ਘੰਟੇ ਇੱਦਾਂ ਸਮਾਗਮ ਰਚਾ ਕੇ ਅਤੇ ਗੁਰੂ ਦੇ ਕੋਲ ਬਹਿਣਾ। ਇਹ ਸੱਚ ਹੈ। ਅਸੀਂ ਨੱਚ ਸਕਦੇ ਹਾਂ, ਸ਼ਰਾਬਾਂ ਦੇ ਦੌਰ ਚਲਾ ਸਕਦੇ ਹਾਂ, ਬਾਕੀ ਸਭ ਕੁਝ ਚੱਲ ਸਕਦਾ ਹੈ, ਪਰ ਗੁਰੂ ਦੇ ਕੋਲ ਬੈਠ ਕੇ ਗੁਰੂ ਦੀ ਵਿਚਾਰ ਸੁਣਨੀ, ਗੁਰੂ ਦੇ ਉਪਦੇਸ਼ ਨੂੰ ਸਮਝਣਾ, ਇਹ ਕਿਸੇ ਵਿਰਲੇ ਦੇ ਹਿੱਸੇ ਆਇਆ। ਇਹ ਇਨਸਾਨੀ ਫਿਤਰਤ ਹੈ ਕਿ ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਣੋ ਡੀਠੀ। ਦੁਨੀਆ ਦਾ ਇਨਸਾਨ ਚਾਹੁੰਦਾ ਸੁੱਖ ਹੈ ਕਿ ਮੈਂ ਆਪਣਾ ਪੁੱਤਰ ਧੀ ਦਾ ਵਿਆਹ ਕਰਾਂ, ਕਾਰੋਬਾਰ ਸੈੱਟ ਹੋਵੇ ਅਤੇ ਮੈਂ ਐਨ, ਜਿਹਨੂੰ ਬਾਣੀ 'ਚ ਬੇਗਮ ਆਖਿਆ, ਜਿੱਥੇ ਗਮ ਕੋਈ ਨਾ ਹੋਵੇ, ਉਸ ਸ਼ਹਿਰ ਦਾ ਵਾਸੀ ਮੈਂ ਵੀ ਬਣਾ। ਪਰ ਜੇ ਇਹ ਚੀਜ਼ਾਂ ਕਿਤੇ ਬਾਜ਼ਾਰੋਂ ਪੈਸੇ ਨਾਲ ਮਿਲਦੀਆਂ ਹੁੰਦੀਆਂ ਤਾਂ ਅਮੀਰ ਲੋਕਾਂ ਨੇ ਚੀਜ਼ਾਂ ਖਰੀਦ ਲੈਣੀਆਂ ਸੀ, ਪਰ ਇਹ ਮਿਲਦੀਆਂ ਨਹੀਂ, ਇਹ ਬਣਾਉਣੀਆਂ ਪੈਂਦੀਆਂ ਨੇ। ਇਹ ਇਨਸਾਨ ਦੇ ਕਿਰਦਾਰ ਦਾ ਹਿੱਸਾ ਹੁੰਦੀਆਂ ਨੇ, ਕਮਾਉਣੀਆਂ ਪੈਂਦੀਆਂ ਨੇ। ਤੁਸੀਂ ਬਣਿਆ ਬਣਾਤਾ ਘਰ ਖਰੀਦ ਸਕਦੇ ਹੋ, ਕੰਪਨੀ ਗੱਡੀ ਤਿਆਰ ਕਰਦੀ, ਪੇਮੈਂਟ ਕਰਕੇ ਗੱਡੀ ਲੈ ਸਕਦੇ ਹੋ, ਮੋਬਾਈਲ ਖਰੀਦ ਸਕਦੇ ਹੋ, ਬਣਿਆ ਬਣਾਇਆ ਈਵਨ ਖਾਣਾ ਵੀ ਪੈਕ ਕਰਾ ਕੇ ਘਰਾਂ ਤੱਕ ਪਹੁੰਚ ਸਕਦਾ ਹੈ। ਕੱਪੜਾ ਕੋਈ ਸਿਉਂਦਾ ਹੈ, ਕਿਸੇ ਸ਼ੋਰੂਮ 'ਚ ਸਜਿਆ ਹੁੰਦਾ ਹੈ, ਬੰਦਾ ਪੇਮੈਂਟ ਕਰਕੇ ਖਰੀਦ ਕੇ ਲੈ ਆਉਂਦਾ ਹੈ। ਇਹ ਚੀਜ਼ਾਂ ਬਣੀਆਂ ਬਣਾਤੀਆਂ ਮਿਲ ਸਕਦੀਆਂ ਨੇ, ਪਰ ਪਿਆਰ, ਮੁਹੱਬਤ, ਰਿਸ਼ਤੇ, ਕਦਰਾਂ ਕੀਮਤਾਂ, ਇਹ ਚੀਜ਼ਾਂ ਬਾਜ਼ਾਰੋਂ ਪੈਸੇ ਨਾਲ ਨਹੀਂ ਮਿਲਦੀਆਂ। ਇਹ ਇਨਸਾਨ ਨੂੰ ਜ਼ਿੰਦਗੀ ਵਿੱਚ ਕਮਾਉਣੀਆਂ ਪੈਂਦੀਆਂ ਨੇ। ਇਹ ਮਨੁੱਖ ਦੀ ਕਰਨੀ ਦਾ ਹਿੱਸਾ ਹੈ। ਤੋ ਆਓ, ਮੇਰੀ ਬੇਨਤੀ ਹੈ, ਤੁਸੀਂ ਬੜੇ ਲੰਬੇ ਟਾਈਮ ਤੋਂ ਪਹਿਲਾਂ ਵੀ ਬੈਠੇ ਹੋ, ਦੁਬਾਰਾ ਬੇਨਤੀ ਹੈ, ਜਿਨ੍ਹਾਂ ਜਲ ਪਾਣੀ ਛਕ ਲਿਆ, ਜਿੰਨਾ ਜਲਦੀ ਹੁੰਦਾ ਆਣ ਕੇ ਪੰਡਾਲ 'ਚ ਬੈਠੀਏ ਅਤੇ ਰਲ ਮਿਲ ਕੇ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਾਕ ਆਪਾਂ ਪੜ੍ਹਿਆ, ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਮੇਰੇ ਮਨ ਹੇ ਮੇਰਿਆ ਮਨਾ, ਏਕਸ ਸਿਉ ਚਿਤ ਲਾਏ, ਇੱਕ ਨਾਲ ਚਿਤ ਲਾ ਲਾ। ਮਹਾਰਾਜ ਕਿਉਂ ਕਹਿੰਦੇ ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਪਾਠ ਕਰੀਦਾ ਹੈ, ਉਹਦੇ ਵਿੱਚੋਂ ਇੱਕ ਗੱਲ ਬਾਰ-ਬਾਰ ਸਾਡੇ ਸਾਹਮਣੇ ਆਉਂਦੀ ਹੈ। ਸਤਿਗੁਰ ਨੇ ਬਾਣੀ 'ਚ ਬਾਰ-ਬਾਰ ਇੱਕ ਦੀ ਗੱਲ ਕੀਤੀ ਹੈ। ਉੱਥੇ ਇੱਕ ਦੀ ਗੱਲ ਕਰਨ ਦਾ ਅਰਥ ਇਹ ਹੈ, ਮਨੁੱਖ ਦੀ ਜ਼ਿੰਦਗੀ ਵਿੱਚ 3 ਗੱਲਾਂ ਹੁੰਦੀਆਂ ਨੇ, ਮਨ, ਬਚਨ ਅਤੇ ਕਰਮ। ਜੋ ਇਨਸਾਨ ਦੇ ਮਨ ਵਿੱਚ ਹੈ, ਜ਼ਰੂਰੀ ਨਹੀਂ ਉਹ ਜ਼ੁਬਾਨ ਬੋਲੇ, ਅਤੇ ਜੋ ਜ਼ੁਬਾਨ ਬੋਲੇ ਜ਼ਰੂਰੀ ਨਹੀਂ ਮਨੁੱਖ ਉਹਦੇ ਮੁਤਾਬਕ ਕਰਮ ਵੀ ਕਰਦਾ ਹੋਵੇ। ਜਿੱਦਣ ਦੁਨੀਆ ਦੇ ਵਿੱਚ ਇਨਸਾਨ ਦੀ ਜ਼ਿੰਦਗੀ ਦੇ ਜੋ ਮਨ ਵਿੱਚ ਬਚਨ, ਮਨ ਦੇ ਖਿਆਲ ਨੇ, ਉਹ ਜ਼ੁਬਾਨ 'ਤੇ ਆ ਗਏ। ਜ਼ੁਬਾਨ ਦੇ ਖਿਆਲਾਂ ਮੁਤਾਬਕ ਉਹਨੇ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ,
ਜਾਂ ਤੇ ਜ਼ਿੰਦਗੀ ਉਹਦੀ ਸਵਰ ਜਾਏਗੀ ਜਾਂ ਵਿਗੜ ਜਾਏਗੀ। ਕਿਉਂ? ਕਿਉਂਕਿ ਜੋ ਮਨ ਦੇ ਵਿਚਾਰ ਹੋਣਗੇ, ਜੇ ਵਿਚਾਰ ਚੰਗੇ ਹੋਣਗੇ ਜ਼ਿੰਦਗੀ ਚੰਗੀ ਹੋ ਜਾਏਗੀ, ਜੇ ਵਿਚਾਰ ਮਾੜੇ ਹੋਏ ਤੇ ਜ਼ਿੰਦਗੀ ਮਾੜੀ ਹੋ ਜਾਏਗੀ। ਹੁਣ ਐਗਜ਼ਾਮਪਲ ਦੇਣ ਲੱਗਾ, ਧਿਆਨ ਨਾਲ ਸੁਣਿਓ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਲੋ ਕੇ ਦੋਹਰਾ ਪੜ੍ਹਦੇ ਹਾਂ, ਸਭ ਸਿੱਖਣ ਕੋ, ਸਾਰੇ ਬੋਲੋ ਪਿਆਰਿਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਸਾਰੇ ਹਾਜ਼ਰੀ ਲਵਾਓ, ਗੁਰੂ ਮਾਨਿਓ ਗ੍ਰੰਥ। ਹੁਣ ਇਹ ਦੋਹਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖਲੋ ਕੇ ਅਰਦਾਸ ਵਿੱਚ ਅੱਗੋਂ ਪਿੱਛੋਂ ਜਦੋਂ ਵੀ ਸਾਡੇ ਘਰਾਂ 'ਚ ਸਮਾਗਮ ਹੁੰਦੇ ਨੇ ਅਸੀਂ ਆਮ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਇਹ ਜ਼ੁਬਾਨ ਪੜ੍ਹਦੀ ਹੈ, ਜ਼ਰੂਰੀ ਨਹੀਂ ਇਹਦੇ ਨਾਲ ਮਨ ਵੀ ਸਹਿਮਤ ਹੋਵੇ। ਜੇ ਮਨ ਸਹਿਮਤ ਹੁੰਦਾ ਤੇ ਥਾਂ ਥਾਂ ਤੇ ਦੇਹਧਾਰੀ ਪ੍ਰਥਾ ਨਾ ਚੱਲਦੀ, ਕਿਉਂਕਿ ਜ਼ੁਬਾਨ ਪੜ੍ਹ ਜਾਂਦੀ ਹੈ। ਜਦੋਂ ਗ੍ਰੰਥੀ ਸਿੰਘ ਇਹ ਦੋਹਰਾ ਪੜ੍ਹਦਾ, ਸੰਗਤ ਵੀ ਨਾਲ ਪੜ੍ਹਦੀ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਜਦੋਂ ਸਾਰਿਆਂ ਨੇ ਇਹ ਦੋਹਰਾ ਪੜ੍ਹਿਆ, ਜੇ ਮਨ ਵੀ ਇਹਦੇ ਨਾਲ ਸਹਿਮਤ ਹੁੰਦਾ ਤੇ ਅੱਜ ਥਾਂ ਥਾਂ ਤੇ ਦੇਹਧਾਰੀ ਪ੍ਰਥਾ ਨਾ ਸ਼ੁਰੂ ਹੁੰਦੀ, ਥਾਂ ਥਾਂ ਤੇ ਲੋਕ ਆਪਣੀਆਂ ਗੱਦੀਆਂ ਲਾ ਕੇ ਨਾ ਬੈਠਦੇ, ਸਾਰੇ ਜਾਣੇ ਗੁਰਬਾਣੀ ਪੜ੍ਹਦੇ, ਵਿਚਾਰਦੇ ਤੇ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦੇ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ, ਮਨ ਬਚ ਕਰਮ ਰਸ ਕਸੈ ਲੁਭਾਨਾ। ਬੰਦਾ ਮਨ ਕਰਕੇ, ਬਚਨਾ ਕਰਕੇ ਤੇ ਕੰਮਾਂ ਕਰਕੇ ਰਸ ਕਸਾਂ ਵਿੱਚ ਪਿਆ ਹੋਇਆ ਹੈ। ਮਨੁੱਖ ਦੇ ਕੋਲ ਬੜੀ ਵੱਡੀ ਫੈਕਟਰੀ ਹੈ, ਦਿਮਾਗ, ਜਿਹਦੇ ਵਿੱਚ ਵਿਚਾਰ ਬਣਦੇ ਨੇ। ਉਹਨਾਂ ਵਿਚਾਰਾਂ ਮੁਤਾਬਕ ਮਨੁੱਖ ਆਪਣੀ ਜ਼ਿੰਦਗੀ 'ਚ ਕੰਮ ਕਰਦਾ। ਕੰਮ 2 ਵਾਰ ਕੀਤਾ, 3 ਵਾਰ ਕੀਤਾ, ਹੌਲੀ ਹੌਲੀ ਉਹ ਕੰਮ ਸਾਡੀ ਜ਼ਿੰਦਗੀ ਦੀਆਂ ਆਦਤਾਂ ਬਣ ਜਾਂਦੇ ਨੇ। ਕੰਮ ਚੰਗੇ ਵੀ ਹੋ ਸਕਦੇ ਨੇ, ਕੰਮ ਮਾੜੇ ਵੀ ਹੋ ਸਕਦੇ ਨੇ। ਹੁਣ ਗੁਰੂ ਸਾਹਿਬ ਇੱਥੇ ਬੜਾ ਪਿਆਰਾ ਖਿਆਲ ਦਿੰਦੇ ਨੇ, ਮੇਰਿਆ ਮਨਾ ਤੂੰ ਇੱਕ ਦੇ ਨਾਲ ਸਾਂਝ ਪਾਲਾ, ਭਾਵ ਅੰਦਰੋਂ ਬਾਹਰੋਂ ਇੱਕ ਹੋ ਜਾ। ਮੇਰੇ ਮਨ ਇੱਕ ਸਿਉ ਚਿੱਤ ਲਾਏ, ਇੱਕ ਬਿਨ ਸਭ ਧੰਦ ਹੈ। ਇੱਕ ਤੋਂ ਬਿਨਾਂ ਬਾਕੀ ਧੰਦ ਹੈ, ਧੰਦਾ ਹੈ, ਵਪਾਰ ਹੈ, ਬਿਜ਼ਨਸ ਹੈ। ਸਭ ਮਿਥਿਆ, ਮਿੱਥ ਕਹਿੰਦੇ ਝੂਠ ਨੂੰ, ਸਭ ਮਿਥਿਆ ਮੋਹ ਮਾਏ। ਮਿੱਥ ਕਹਿੰਦੇ ਨੇ ਝੂਠ ਨੂੰ। ਵੇਖੋ ਗੁਰਬਾਣੀ ਸਾਨੂੰ ਬਾਰ-ਬਾਰ ਇੱਕ ਦੀ ਗੱਲ ਕਿਉਂ ਆਖੀ ਕਿ ਤੂੰ ਅੰਦਰੋਂ ਬਾਹਰੋਂ ਇੱਕ ਹੋ ਜਾ। ਇਨਸਾਨ ਦੀ ਜ਼ਿੰਦਗੀ 'ਚ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਇੱਕ ਥਾਂ ਤੇ ਬੰਦਾ ਹੋਰ ਹੈ, ਦੂਜੇ ਥਾਂ ਤੇ ਇਨਸਾਨ ਹੋਰ ਹੈ, ਉਦੋਂ ਸਮੱਸਿਆ ਆਏਗੀ। ਜਦੋਂ ਬਾਣੀ 'ਚ ਆਉਂਦਾ ਜੀਉ ਨਿਰਮਲ, ਪੜ੍ਹੋ ਨਾਲ ਨਾਲ ਬਾਣੀ, ਜਿਹਨਾਂ ਨੂੰ ਜੀਉ ਨਿਰਮਲ ਬਾਹਰੋਂ ਨਿਰਮਲ। ਜਿਹੜਾ ਜੀਉ ਵੀ ਸਾਫ਼ ਆ ਤੇ ਬਾਹਰੋਂ ਵੀ ਸਾਫ਼ ਆ, ਉਹਨੂੰ ਕਦੀ ਮੁਸ਼ਕਿਲ ਆਏਗੀ? ਉਹਨੂੰ ਆਪਣੀ ਜ਼ਿੰਦਗੀ ਨੂੰ ਛੁਪਾਉਣ ਤੇ ਕੋਈ ਜ਼ੋਰ ਲਾਉਣਾ ਹੀ ਨਹੀਂ ਪੈਣਾ, ਕਿਉਂਕਿ ਜੋ ਉਹ ਅੰਦਰੋਂ ਉਹ ਬਾਹਰੋਂ ਹੈ। ਸਭ ਤੋਂ ਵੱਧ ਟਕਵੰਜ ਕਿਹਨੂੰ ਕਰਨਾ ਪੈਣਾ? ਜਿਹੜਾ ਜੀਉ ਮੈਲਾ ਹੈ ਤੇ ਬਾਹਰੋਂ ਨਿਰਮਲ ਹੋਣ ਦਾ ਵਿਖਾਵਾ ਕਰਦਾ, ਉਹਦਾ ਫਿਰ ਸਾਰਾ ਜ਼ੋਰ ਆਪਣੇ ਅੰਦਰ ਦੇ ਨਿਰਮਲ ਕੋਝੇਪਨ ਨੂੰ ਢੱਕਣ ਤੇ ਜ਼ੋਰ ਲਾਉਣਾ ਪੈਣਾ ਉਹਨੂੰ। ਉਹਦੇ ਵਾਸਤੇ ਉਹਦਾ ਦਿਨ ਰਾਤ ਲੱਗ ਜਾਣਾ ਹੈ ਕਿ ਕਿਤੇ ਦੁਨੀਆ ਨੂੰ ਪਤਾ ਨਾ ਲੱਗ ਜਾਏ ਵੀ ਮੈਂ ਅੰਦਰੋਂ ਮੈਲਾ ਵਾਂ, ਮੈਂ ਅੰਦਰੋਂ ਧੋਖੇਬਾਜ਼ ਹਾਂ, ਮੈਂ ਅੰਦਰੋਂ ਕਪਟੀ ਹਾਂ। ਉਹਦਾ ਸਾਰਾ ਜ਼ੋਰ ਇਸੇ ਗੱਲ ਤੇ ਲੱਗੇਗਾ। ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੀਉ ਨਿਰਮਲ ਬਾਹਰੋਂ ਨਿਰਮਲ। ਜਿਹੜਾ ਜੀਉ ਵੀ ਨਿਰਮਲ ਹੋ ਗਿਆ, ਬਾਹਰੋਂ ਵੀ ਨਿਰਮਲ ਹੋ ਗਿਆ, ਯਾਨੀ ਕਿ ਅੰਦਰੋਂ ਬਾਹਰੋਂ ਇੱਕ ਹੋ ਗਿਆ। ਇਹਦਾ ਮਤਲਬ ਬਾਣੀ ਵਿੱਚ ਇੱਕ ਨੂੰ ਪੜ੍ਹਨ ਦਾ ਅਰਥ ਹੀ ਇੱਕ ਹੈ ਕਿ ਤੂੰ ਜ਼ਿੰਦਗੀ 'ਚ ਇੱਕ ਹੋ ਜਾ। ਤੇਰੇ ਮਨ ਦੇ ਖਿਆਲ, ਤੇਰੀ ਜ਼ੁਬਾਨ ਤੇ ਤੇਰੀ ਜ਼ਿੰਦਗੀ ਦੇ ਕਰਮ ਇੱਕ ਸੂਤਰ 'ਚ ਪਰੋਏ ਜਾਣ। ਜਦੋਂ ਤੂੰ ਆਪਣੀ ਜ਼ਿੰਦਗੀ ਨੂੰ ਇੱਦਾਂ ਸਮਝੇਗਾ, ਤੇਰੀ ਜ਼ਿੰਦਗੀ ਬੜੀ ਖੂਬਸੂਰਤ ਬਣੇਗੀ। ਵੇਖੋ ਜਿਸ ਮਕਸਦ ਲਈ ਆਪਾਂ ਬੈਠੇ ਹਾਂ, ਦੁਨੀਆ ਅੰਦਰ ਜਿੰਨੇ ਵੀ ਮਤ ਨੇ, ਜਿੰਨੀਆਂ ਵੀ ਕੌਮਾਂ ਨੇ, ਉਹਨਾਂ ਵਿੱਚ ਵੀ ਇਹ ਦਿਨ ਆਉਂਦੇ ਨੇ। ਪਰ ਅਸੀਂ ਭਾਗਾਂ ਵਾਲੇ ਹਾਂ। ਸਾਨੂੰ ਇਸ ਕਾਰਜ ਵਾਸਤੇ ਇਨਾਮ ਪਤਾ ਕੀ ਦਿੱਤਾ ਗੁਰੂ ਸਾਹਿਬ ਨੇ? ਆਨੰਦ। ਇਹ ਕਾਰਜ ਕਾਹਦਾ ਹੈ? ਆਨੰਦ ਦਾ ਕਾਰਜ ਹੈ। ਇਹਨੂੰ ਅਸੀਂ ਸ਼ਬਦ ਪੜ੍ਹਦੇ ਹਾਂ, ਆਨੰਦ ਕਾਰਜ। ਜਦੋਂ ਲੜਕਾ ਪਰਿਵਾਰ, ਲੜਕੀ ਪਰਿਵਾਰ ਇਕੱਠੇ ਹੁੰਦੇ ਨੇ, ਇਹ ਜੰਜਾਲ ਨਹੀਂ ਹੈ। ਸਮਾਜ ਵਿੱਚ ਤੁਸੀਂ ਵੇਖੋ, ਅੱਜ ਔਰਤ ਦੇ ਨਾਲ ਮੇਰੀਆਂ ਸਿਆਣੀਆਂ ਭੈਣਾਂ ਬੈਠੀਆਂ ਨੇ, ਮਾਵਾਂ ਬੈਠੀਆਂ ਨੇ, ਜਿਹੜੀਆਂ ਤੁਹਾਡੇ 'ਚੋਂ ਪੜ੍ਹੀਆਂ ਲਿਖੀਆਂ ਮੇਰੀਆਂ ਭੈਣਾਂ, ਆਹ ਪੜ੍ਹ ਕੇ ਵੇਖਿਓ, ਔਰਤ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜੇ ਕਿਸੇ ਨੇ ਇਨਸਾਫ ਕੀਤਾ ਹੈ ਤੇ ਉਹ ਗੁਰੂ ਨਾਨਕ ਦੇ ਘਰ ਨੇ ਇਨਸਾਫ ਕੀਤਾ। ਨਹੀਂ ਤਾਂ ਔਰਤ ਨੂੰ ਤਾਂ ਇਨਸਾਨ ਦੂਜਿਆਂ ਮਤਾਂ ਵਿੱਚ ਮੰਨਿਆ ਵੀ ਨਹੀਂ ਗਿਆ, ਕਿਤੇ ਨਾ ਕਿਤੇ ਉਹਦੇ ਵਿੱਚ ਕਮੀ ਕੱਢ ਕੇ ਤੈਨੂੰ ਨਕਾਰਿਆ ਗਿਆ। ਅਸੀਂ ਤਾਂ ਭਾਗਾਂ ਵਾਲੇ ਹਾਂ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠਦੇ ਹਾਂ
ਤਾਂ ਸਾਨੂੰ ਇਹ ਅਗੰਮੀ ਗਿਆਨ ਮਿਲਦਾ ਜਦੋਂ ਲੋਕ ਔਰਤ ਨੂੰ, ਤੁਲਸੀਦਾਸ ਵਰਗਿਆਂ ਨੇ ਔਰਤ ਨੂੰ ਪਸ਼ੂਆਂ ਦੀ ਕਤਾਰ 'ਚ ਖੜਾ ਕੀਤਾ ਸੀ, ਤੇ ਉੱਥੇ ਗੁਰੂ ਨਾਨਕ ਸਾਹਿਬ ਦਾ ਘਰ ਇਹ ਸ਼ਬਦ ਉਚਾਰਨ ਕਰਦਾ ਹੈ, ਇਸ ਜਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸੋ ਕੋ ਮੰਦਾਖੀ ਹੈ ਜਿਤ ਜੰਮੈ, ਬੋਲੋ ਸਾਰੇ ਜੀ, ਜਿਤ ਜੰਮੈ ਰਾਜਾਨ। ਇਹ ਏਡੀ ਅਗੰਮੀ ਗਿਆਨ ਔਰਤ ਦੇ ਪ੍ਰਤੀ ਜਿੰਨੇ ਮਰਜ਼ੀ ਤੁਸੀਂ ਮਤਾਂ ਦੀ ਸਟੱਡੀ ਕਰ ਲਓ, ਪਰ ਤੁਹਾਨੂੰ ਕਿਤੇ ਨਾ ਕਿਤੇ ਖੜੋਤ ਨਜ਼ਰ ਆਏਗੀ। ਇਸਲਾਮ ਨੂੰ ਪੜ੍ਹ ਲਓ, ਉੱਥੇ ਨਮਾਜ਼ ਪੜ੍ਹਦੇ ਨੇ, ਪਰ ਮਰਦ ਵੱਖਰੀ ਜਗ੍ਹਾ ਹੈ ਅਤੇ ਔਰਤ ਵੱਖਰੀ ਜਗ੍ਹਾ ਹੈ, ਪਰਦਾ ਲੱਗਾ ਹੈ। ਜਨੇਊ ਪਾਉਂਦੇ ਨੇ ਹਿੰਦੂਇਜ਼ਮ ਦੇ ਅੰਦਰ, ਪਰ ਸਾਰੇ ਪਾ ਸਕਦੇ, ਔਰਤ ਵਾਸਤੇ ਜਨੇਊ ਨਹੀਂ ਬਣਿਆ। ਜੇ ਉਹਨਾਂ ਦੇ ਕਹਿਣ ਮੁਤਾਬਕ ਜਨੇਊ ਨਾਲ ਬੰਦਾ ਧਰਮੀ ਬਣਦਾ ਹੈ, ਤੇ ਔਰਤ ਵਾਸਤੇ ਉਹ ਧਾਗਾ ਬਣਿਆ ਹੀ ਨਹੀਂ। ਭਾਵੇਂ ਉਹ ਕਪਾਹ, ਉਹ ਨਰਮਾ ਔਰਤ ਦੇ ਹੱਥਾਂ ਵਿੱਚੋਂ ਲੰਘ ਕੇ ਜਾਂਦਾ ਹੈ, ਪਰ ਜਦੋਂ ਉਹ ਕਪਾਹ ਵਿਪਰ ਕੋਲ ਪਹੁੰਚ ਜਾਂਦੀ ਹੈ, ਕਹਿੰਦਾ ਔਰਤ ਵਾਸਤੇ ਧਾਗਾ ਨਹੀਂ ਹੈ, ਇਹ ਜਨੇਊ ਨਹੀਂ ਪਾ ਸਕਦੀ। ਕ੍ਰਿਸਚਨ ਬੜੀ ਲੰਬੀ ਛਾਲ ਮਾਰਦੇ ਨੇ, ਉਹਨਾਂ ਵਿੱਚ ਵੀ ਗ੍ਰਸਤੀ ਬੰਦਾ ਪੌਪ ਨਹੀਂ ਬਣਦਾ। ਸਟੱਡੀ ਕਰਕੇ ਵੇਖ ਲਓ, ਪੜ੍ਹ ਲਓ, ਤੁਹਾਡੇ 'ਚੋਂ ਕਈ ਵੀਰ ਵਿਦੇਸ਼ਾਂ 'ਚੋਂ ਆਏ ਹੋਣੇ ਨੇ। ਗ੍ਰਸਤੀ ਬੰਦਾ ਪੌਪ ਨਹੀਂ ਬਣਦਾ। ਰੋਮਾ ਜਗ੍ਹਾ ਹੈ ਜਿੱਥੇ ਪੌਪ ਚੁਣਿਆ ਜਾਂਦਾ, ਉਹਨਾਂ 'ਚ ਵੀ ਗ੍ਰਸਤੀ ਬੰਦਾ ਪੌਪ ਨਹੀਂ ਬਣਦਾ, ਪਰ ਮਾਣ ਨਾਲ ਸਿਰ ਝੁਕ ਜਾਂਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ। ਇੱਥੇ ਗੁਰੂ ਨਾਨਕ ਸਾਹਿਬ ਆਪ ਗ੍ਰਸਤੀ ਨੇ। ਜਦੋਂ ਸੁਲਤਾਨਪੁਰ ਦੀ ਧਰਤੀ 'ਤੇ ਘਰੋਂ ਪ੍ਰਚਾਰ ਦੌਰਿਆਂ 'ਤੇ ਨਿਕਲਦੇ ਨੇ, ਉਸ ਵਕਤ ਉਹਨਾਂ ਦੇ ਦੋ ਸਾਹਿਬਜ਼ਾਦਿਆਂ ਦਾ, ਸ੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋ ਚੁੱਕਾ ਹੈ। ਅੱਗੇ ਚਲੋ, ਹੁਣ ਪੰਜਾਬ ਦੇ ਡੇਰੇਦਾਰ ਵੇਖ ਲਓ, ਇਹਨਾਂ 'ਚੋਂ ਤੁਹਾਨੂੰ ਟਾਵੇਂ ਡੇਰੇਦਾਰ ਮਿਲਣੇ ਨੇ ਜਿਹੜੇ ਗ੍ਰਸਤੀ ਹੋਣਗੇ। ਟਾਵੇਂ ਜਿੱਦਣ ਗੁਰੂ ਨਾਨਕ ਸਾਹਿਬ ਜੀ ਇਹ ਸਾਰੀ ਜ਼ਿੰਮੇਵਾਰੀ ਦੇ ਰਹੇ ਨੇ ਬਾਬਾ ਲਹਿਣਾ ਜੀ ਨੂੰ, ਤੇ ਬਾਬਾ ਲਹਿਣਾ ਜੀ ਨੂੰ ਇਹ ਨਹੀਂ ਕਿਹਾ ਅੱਜ ਤੋਂ ਬਾਅਦ ਆਪਣੇ ਪਰਿਵਾਰ ਕੋਲ ਨਾ ਜਾਇਓ, ਸਗੋਂ ਕਰਤਾਰਪੁਰ ਤੋਂ ਜ਼ਿੰਮੇਵਾਰੀ ਦੇ ਕੇ ਉਹਨਾਂ ਨੂੰ ਖਡੂਰ ਸਾਹਿਬ ਦੀ ਧਰਤੀ 'ਤੇ ਭੇਜੇ। ਤੇ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣਦੇ ਨੇ। ਉਹਨਾਂ ਦੇ ਵੀ ਦੋ ਸਾਹਿਬਜ਼ਾਦੇ ਨੇ, ਦਾਤੂ ਜੀ ਤੇ ਦਾਸੂ ਜੀ। ਅੱਗੇ ਉਹ ਤੋਂ ਬਾਅਦ ਗੁਰੂ ਅਮਰਦਾਸ ਜੀ ਇਹ ਜ਼ਿੰਮੇਵਾਰੀ ਚੱਕਦੇ ਨੇ। ਉਹਨਾਂ ਦੇ ਵੀ ਦੋ ਸਾਹਿਬਜ਼ਾਦੇ, ਦੋ ਬੇਟੀਆਂ ਨੇ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਅਗਲੀ ਗੱਲ ਕਮਾਲ ਦੀ ਹੈ, ਜਿੱਦਣ ਗੁਰੂ ਅਮਰਦਾਸ ਮਹਾਰਾਜ ਆਪਣੀ ਧੀ ਦਾ ਆਨੰਦ ਕਾਰਜ ਕਰਦੇ ਨੇ, ਲਾਵਾਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਨੇ 773 ਨੰਬਰ ਅੰਕ 'ਤੇ। ਹਰ ਪਹਿਰੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਗੁਰੂ ਰਾਮਦਾਸ ਮਹਾਰਾਜ ਜੀ ਦਾ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ 1534 ਈਸਵੀ ਨੂੰ ਜਨਮ ਹੁੰਦਾ ਹੈ। ਉਹਨਾਂ ਦਾ ਪ੍ਰਕਾਸ਼ 1534 ਈਸਵੀ ਦਾ ਹੈ। 19 ਸਾਲ ਦੀ ਆਰਜੂ ਦੇ ਵਿੱਚ ਉਹਨਾਂ ਦਾ ਆਨੰਦ ਕਾਰਜ, ਵਿਆਹ ਬੀਬੀ ਭਾਨੀ ਜੀ ਨਾਲ ਹੁੰਦਾ ਹੈ। 74 ਦੇ ਵਿੱਚ 40 ਸਾਲ ਦੀ ਏਜ ਹੈ ਭਾਈ ਜੇਠਾ ਜੀ ਦੀ, ਜਿੱਦਣ ਉਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲਦੀ ਹੈ। ਜਾਨੀ ਕਿ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ 3 ਸਾਹਿਬਜ਼ਾਦਿਆਂ ਦਾ ਜਨਮ ਹੋ ਚੁੱਕਾ ਹੈ। ਗੁਰੂ ਅਰਜਨ ਸਾਹਿਬ, ਪ੍ਰਿਥੀ ਚੰਦ, ਮਹਾਦੇਵ। ਜਦੋਂ ਅਸੀਂ ਪੜ੍ਹਦੇ ਇਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਗੁਰੂ ਪੰਜਵੇਂ ਪਾਤਸ਼ਾਹ, ਜਾਨੀ ਕਿ 10 ਪਾਤਸ਼ਾਹੀਆਂ ਵਿੱਚੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਛੋਟੀ ਸੀ, ਬਾਕੀ 9 ਦੀਆਂ 9 ਪਾਤਸ਼ਾਹੀਆਂ ਗ੍ਰਸਤੀ ਨੇ। ਇਹਦਾ ਮਤਲਬ ਗੁਰੂ ਸਾਹਿਬ ਨੂੰ ਔਰਤ ਤੋਂ ਕੋਈ ਪ੍ਰੋਬਲਮ ਨਹੀਂ। ਜਿੱਦਣ ਅਚਲ ਵਟਾਲੇ ਆਉਂਦੇ ਨੇ ਗੁਰੂ ਨਾਨਕ ਸਾਹਿਬ, ਜੋਗੀਆਂ ਨੇ ਗੁਰੂ ਨਾਨਕ ਸਾਹਿਬ ਦੇ ਗ੍ਰਸਤੀਆਂ ਵਾਲੇ ਕੱਪੜੇ ਵੇਖੇ। ਉੱਥੇ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ, ਤੁਹਾਡੇ ਵਿੱਚੋਂ ਜਿਹੜੇ ਸਟੱਡੀ ਕਰਦੇ ਨੇ, ਜਿਹੜੀ ਭਾਈ ਗੁਰਦਾਸ ਜੀ ਦੀਆਂ ਕੁੱਲ 40 ਵਾਰਾਂ ਨੇ, ਵਾਰਾਂ ਵਿੱਚ ਅੱਗੇ ਪੌੜੀਆਂ ਹੁੰਦੀਆਂ ਨੇ, ਜਿਵੇਂ ਆਸਾ ਕੀ ਵਾਰ, ਉਹਦੇ ਵਿੱਚ 24 ਪੌੜੀਆਂ। ਇੱਦਾਂ ਹੀ ਭਾਈ ਗੁਰਦਾਸ ਜੀ ਦੀ ਜਿਹੜੀ ਪਹਿਲੀ ਵਾਰ ਹੈ, ਉਹ ਸਾਰੀ ਵਾਰ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੈ। ਉਹਦੇ 'ਚ ਬਹੁਤ ਜ਼ਿਆਦੀਆਂ ਪੌੜੀਆਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ। ਪਹਿਲੀ ਵਾਰ ਦੇ ਵਿੱਚ ਇੱਕ ਪੌੜੀ ਹੈ, ਜਦੋਂ ਗੁਰੂ ਨਾਨਕ ਸਾਹਿਬ ਅਚਲ ਵਟਾਲੇ ਆਏ, ਗ੍ਰਸਤੀਆਂ ਵਾਲੇ ਕੱਪੜੇ ਪਾਏ ਵੇਖੇ, ਤੇ ਜੋਗੀਆਂ ਨੂੰ ਗੁੱਸਾ ਚੜ੍ਹ ਗਿਆ ਗੁਰੂ ਨਾਨਕ ਸਾਹਿਬ ਦੇ ਕੱਪੜੇ ਵੇਖ ਕੇ। ਉੱਥੇ ਸ਼ਬਦ ਨੇ, ਖਾਧੀ ਖੁਣਸ ਜੋਗੀਸ਼ਰਾ, ਗੋਸ਼ਟ ਕਰਨ ਸਭੇ ਉਠੇ ਆਈ, ਪੁੱਛੇ ਜੋਗੀ ਭੰਗਰਨਾਥ, ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਗੁੱਸੇ ਜਾਣ ਕੇ ਜੋਗੀ ਪੁੱਛਦੇ ਆ, ਕਹਿੰਦੇ ਤੁਸੀਂ ਦੁੱਧ ਵਿੱਚ ਕਾਂਜੀ ਪਾਤੀ? ਵੀ ਜਾਨੀ ਕਿ ਜੋਗ ਮਤ ਜਿਹੜਾ ਸੀ ਉਹ ਦੁੱਧ ਹੈ, ਆ ਤੁਸੀਂ ਵਿੱਚ ਗ੍ਰਸਤੀ ਬਣ ਗਏ। ਦੁੱਧ ਨੂੰ ਜਾਗ ਲਾਈਏ ਤੇ ਦਹੀਂ ਬਣਦਾ, ਦਹੀਂ 'ਚ ਮਧਾਣੀ ਪਾਈਏ ਤੇ ਮੱਖਣ ਨਿਕਲਦਾ, ਮੱਖਣ ਤੋਂ
ਅੱਗ ਤੇ ਰੱਖੀਏ ਤੇ ਘਿਓ ਬਣਦਾ। ਆ ਤਾਂ ਤੁਸੀਂ ਕੰਮ ਹੀ ਖਰਾਬ ਕਰਤਾ, ਤੁਸੀਂ ਤੇ ਗ੍ਰਸਤੀ ਬਣ ਗਏ। ਉਹ ਤੇ ਸ਼ਬਦ ਹੈ, ਕਹਿੰਦੇ ਖਾਧੀ ਖੁਣਸ ਜੋਗੀਸ਼ਰਾਂ, ਗੋਸ਼ਟ ਕਰਨ ਸਭੇ ਉਠਿਆਈ, ਪੁੱਛੇ ਜੋਗੀ ਭੰਗਰ ਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਚਾਟਾ ਦੁੱਧ ਦਾ, ਹੁਣ ਇਹ ਚਾਟਾ ਦੁੱਧ ਦਾ ਖਰਾਬ ਹੋ ਗਿਆ, ਰਿੜਕਿਆਂ ਮੱਖਣ ਹੱਥ ਨਾ ਉਤਾਈ। ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਤੁਸੀਂ ਉਦਾਸੀਆਂ ਵਾਲੇ ਕੱਪੜੇ ਲਾ ਤੇ ਤੁਸੀਂ ਇਹ ਸੰਸਾਰੀ ਬਣ ਗਏ, ਗ੍ਰਸਤੀ ਬਣ ਗਏ, ਕਿਉਂ? ਤੇ ਅੱਗੇ ਗੁਰੂ ਨਾਨਕ ਸਾਹਿਬ ਸਵਾਲ ਕਰਦੇ, ਕਹਿੰਦੇ ਤੁਹਾਨੂੰ ਔਰਤ ਤੋਂ ਪ੍ਰੋਬਲਮ ਹੈ ਕੋਈ? ਤੁਸੀਂ ਔਰਤ ਨੂੰ, ਗ੍ਰਸਤੀ ਨੂੰ ਕਾਂਜੀ ਕਹਿੰਦੇ ਹੋ ਤੁਸੀਂ। ਮੈਨੂੰ ਇਹ ਦੱਸੋ ਵੀ ਆਹ ਜਿਹੜਾ ਤੁਸੀਂ ਤਨ 'ਤੇ ਕੱਪੜਾ ਪਾਇਆ, ਜਦੋਂ ਤੁਹਾਨੂੰ ਭੁੱਖ ਲੱਗਦੀ ਰੋਟੀ ਕਿੱਥੋਂ ਖਾਂਦੇ ਹੋ? ਤਾਂ ਜੋਗੀ ਵੇਖਿਆ ਘਰਾਂ 'ਚ ਮੰਗਦੇ ਫਿਰਦੇ, ਉਹ ਕਹਿੰਦੇ ਅਸੀਂ ਗ੍ਰਸਤੀਆਂ ਦੇ ਘਰਾਂ 'ਚ ਮੰਗਣ ਜਾਂਦੇ ਹਾਂ। ਕਹਿੰਦੇ ਹੁਣ ਮੈਨੂੰ ਇਹ ਦੱਸੋ, ਹੋਏ ਅਤੀਤ ਗ੍ਰਸਤ ਤਜ, ਤੁਸੀਂ ਤਿਆਗੀ ਬਣ ਗਏ ਗ੍ਰਸਤ ਛੱਡ ਕੇ, ਫਿਰ ਉਹਨੂੰ ਕਿ ਘਰ ਮੰਗਣ ਜਾਈ। ਉਹ ਭਲਿਓ, ਇੱਕ ਬੰਨੇ ਤੁਸੀਂ ਗ੍ਰਸਤੀ ਨੂੰ ਮਾੜਾ ਕਹਿੰਦੇ, ਦੂਜੇ ਬੰਨੇ ਤੁਹਾਡੇ ਪੇਟ ਦੀ ਅੱਗ ਵੀ ਗ੍ਰਸਤੀ ਤੋਂ ਬਿਨਾਂ ਨਹੀਂ ਬੁਝਦੀ। ਦੱਸੋ ਰੋਟੀ ਕੌਣ ਪਕਾਉਂਦਾ ਹੈ? ਔਰਤ। ਕੱਪੜੇ ਦੀ ਸਿਲਾਈ ਕਢਾਈ ਕੌਣ ਕਰਦਾ ਹੈ? ਔਰਤ। ਨਰਮਾ ਕਪਾਹ ਕੌਣ ਚੁਗਦਾ ਹੈ? ਤੁਹਾਡੇ ਪੇਟ ਦੀ ਅੱਗ, ਤਵੇ 'ਤੇ ਰੋਟੀ ਪੱਕਦੀ ਹੈ, ਤੁਹਾਡੇ ਮੂੰਹ ਤੱਕ ਉਹ ਰੋਟੀ ਪਹੁੰਚਾਉਣ ਵਾਲੀ ਕੌਣ ਹੈ? ਔਰਤ। ਤੁਹਾਨੂੰ ਔਰਤ ਤੋਂ ਪ੍ਰੋਬਲਮ ਹੈ। ਜਦੋਂ ਤੁਸੀਂ ਸਟੱਡੀ ਕਰੋਗੇ ਤਾਂ ਤੁਹਾਨੂੰ ਸਮਝ ਆ ਜਾਊਗੀ। ਅਜੋਕਾ ਡੇਰਾਵਾਦ ਵੀ ਉਸੇ ਲੀਹ 'ਤੇ ਚੱਲ ਰਿਹਾ। ਤੁਸੀਂ ਟਾਵੇਂ ਡੇਰੇਦਾਰ ਵੇਖੇ ਹੋਣੇ ਨੇ। ਡੇਰੇ ਦਾ ਮੁਖੀ ਬਣਨਾ ਹੋਵੇ, ਡੇਰੇ ਦੀ ਗੱਦੀ ਸਾਂਭਣੀ ਹੋਵੇ, ਪਹਿਲੀ ਗੱਲ ਤਾਂ ਉਹਦੀ ਸ਼ਰਤ ਹੋਏਗੀ ਵਿਹੰਗਮ ਹੋਵੇ, ਵਿਆਹ ਨਾ ਕਰਾਇਆ ਹੋਵੇ। ਅਤੇ ਜੇ ਵਿਆਹ ਕਰਾਇਆ ਤਾਂ ਤੈਨੂੰ ਗੱਦੀ ਲੈਣ ਵਾਸਤੇ ਆਪਣਾ ਪਰਿਵਾਰ, ਬੋਲੋ ਸਾਰੇ ਜੀ, ਛੱਡਣਾ ਪੈਣਾ। ਇੱਥੋਂ ਸਮਝ ਆ ਗਈ ਵੀ ਇਹ ਗੁਰੂ ਨਾਨਕ ਸਾਹਿਬ ਵਾਲੇ ਟਰੈਕ 'ਤੇ ਨਹੀਂ ਹੈਗੇ, ਇਹ ਗੁਰੂ ਨਾਨਕ ਸਾਹਿਬ ਵਾਲੀ ਫਿਲਾਸਫੀ ਤੋਂ ਪਰਾਂ ਨੇ। ਪਰ ਸਾਡਾ ਅੱਜ ਅਜੋਕਾ ਸਮਾਜ, ਹੁਣੇ ਬਾਬਾ ਜੀ ਬੋਲ ਰਿਹਾ ਸੀ ਨਾ, ਸਾਡਾ ਅਜੋਕਾ ਸਮਾਜ ਫਿਰ ਡੇਰੇਦਾਰਿਆਂ ਦੇ ਜਾ ਕੇ ਪੈਰਾਂ 'ਚ ਬੈਠਾ। ਪੁੱਤ ਨਾ ਆਖੇ ਲੱਗੇ, ਬਾਬਾ ਜੀ ਨੂੰ ਪੁੱਛਣ ਜਾਂਦੇ ਆ। ਘਰ 'ਚ ਲੜਾਈ ਕਲੇਸ਼ ਹੋਵੇ, ਕਿਹਨੂੰ ਪੁੱਛਣ ਜਾਂਦੇ ਜੀ? ਹੁਣ ਕਿੱਡੀ ਕਮਾਲ ਦੀ ਗੱਲ ਹੈ, ਗ੍ਰਸਤੀ ਪਰਿਵਾਰ ਦੀਆਂ ਸਮੱਸਿਆਵਾਂ ਪੁੱਛਣ ਲਈ ਕਿਹਦੇ ਕੋਲ ਜਾ ਰਹੇ ਨੇ? ਤਿਆਗੀ ਕੋ, ਜਿਹਨੂੰ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਦਾ ਕੁਝ ਪਤਾ ਹੀ ਨਹੀਂ। ਤੁਸੀਂ ਆਓ ਗ੍ਰਸਤੀ ਕੋਲ ਪੁੱਛਣ ਲਈ। ਹੁਣ ਬੱਚੇ ਨੂੰ ਮੈਥ ਨਾ ਆਉਂਦਾ ਹੋਵੇ, ਟਿਊਸ਼ਨ ਕਿਹਦੇ ਕੋਲੋਂ ਰਖਾਓਗੇ? ਜਿਹੜਾ ਮੈਥ ਦਾ ਟੀਚਰ ਹੈ। ਬੱਚੇ ਨੂੰ ਇੰਗਲਿਸ਼ ਨਾ ਆਉਂਦੀ ਹੋਵੇ, ਕੰਪਿਊਟਰ ਨਾ ਆਉਂਦਾ ਹੋਵੇ, ਜਿਹੜੇ ਸਬਜੈਕਟ ਵਿੱਚ ਕਮਜ਼ੋਰ ਹੋਏਗਾ, ਆਪਾਂ ਕੋਸ਼ਿਸ਼ ਕਰਾਂਗੇ ਉਸੇ ਸਬਜੈਕਟ ਦਾ ਵਧੀਆ ਟੀਚਰ ਲੱਭੀਏ, ਤਾਂ ਕਿ ਸਾਡੇ ਬੱਚੇ ਦਾ ਇਹ ਜਿਹੜਾ ਵਿਸ਼ਾ ਹੈ ਉਹਨੂੰ ਉਹ ਹੋਰ ਮਜ਼ਬੂਤ ਕਰ ਸਕੇ। ਜੇ ਗ੍ਰਸਤ ਦਾ ਸਬਜੈਕਟ ਕਮਜ਼ੋਰ ਹੈ, ਜੇ ਸਾਨੂੰ ਕੁਝ ਗੱਲਾਂ ਦੀ ਸਮਝ ਨਹੀਂ ਆ ਰਹੀ, ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਗੁਰੂ ਸਾਹਿਬ ਨੂੰ ਪੁੱਛਦੇ, ਗੁਰੂ ਦੀ ਵਿਚਾਰ ਪੁੱਛਦੇ। ਅੱਜ ਸਾਡੇ ਲੋਕ ਤਿਆਗੀਆਂ ਕੋ ਜਾ ਰਹੇ ਨੇ। ਮੇਰਾ ਪੁੱਤ ਨਹੀਂ ਆਖੇ ਲੱਗਦਾ ਜੀ, ਸਾਡੇ ਘਰ ਦਾ ਆਹ ਸਮੱਸਿਆ ਜੀ, ਬਣਦਾ ਵਾਹ ਕੇ ਪੂੰਰ ਤਾਪ ਗੇਰੂ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਦਾ। ਇਹਨਾਂ ਵਿੱਚੋਂ ਬਹੁਤੇ ਤੇ ਵਿਚਾਰੇ ਬਿਪਤਾ ਦੇ ਮਾਰੇ ਜਾ ਕੇ ਡੇਰਿਆਂ 'ਚ ਬੈਠੇ ਨੇ। ਉੱਥੇ ਸ਼ਬਦ ਵਰਤਿਆ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲਿਆਇਆ। ਜਿਹੜੇ ਵਿਕਾਰਾਂ ਤੋਂ ਦੁਖੀ ਹੋ ਕੇ ਅਗਲੇ ਡੇਰੇ 'ਚ ਗਏ ਲੋਕ, ਫਿਰ ਉਹ ਸਮੱਸਿਆਵਾਂ ਲੈ ਕੇ ਮਗਰ ਤੁਰੇ ਫਿਰਦੇ ਨੇ। ਸਾਡਾ ਫਰਜ਼ ਬਣਦਾ ਆਪਣੇ ਗੁਰੂ ਨੂੰ ਪੁੱਛੀਏ, ਗੁਰੂ ਦੀ ਬਾਣੀ ਪੜ੍ਹੀਏ। ਇੱਕ ਗੱਲ ਯਾਦ ਰੱਖਣਾ, ਇਹ ਕਾਰਜ ਬੜਾ ਪਵਿੱਤਰ ਹੈ। ਜਦੋਂ ਲੜਕੇ ਲੜਕੀ ਦਾ ਆਨੰਦ ਕਾਰਜ ਹੁੰਦਾ ਹੈ, ਉਹਨਾਂ ਦੇ ਰਾਹੀਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ। ਵੇਖੋ ਰਿਸ਼ਤੇ ਬੜੇ ਪਿਆਰੇ ਨੇ। ਜਦੋਂ ਲੜਕੀ ਵਿਆਹੀ ਸਹੁਰੇ ਘਰ ਜਾਂਦੀ ਹੈ, ਜੇ ਸਹੁਰਾ ਪਰਿਵਾਰ ਇਹ ਮਹਿਸੂਸ ਕਰੇ ਵੀ ਇੱਕ ਧੀ ਅਸੀਂ ਘਰੋਂ ਤੋਰੀ ਹੈ, ਇੱਕ ਧੀ ਸਾਡੇ ਘਰ ਅੱਜ ਆ ਗਈ ਹੈ, ਅਸਲੀ ਧੀ ਸਾਡੀ ਇਹ ਹੈ, ਜਿਹੜੀ ਅਸੀਂ ਜੰਮੀ ਪਾਲੀ ਹੈ, ਇਹ ਅਗਲੇ ਘਰ ਚਲੇ ਗਈ ਹੈ, ਇਹਦਾ ਹੁਣ ਅਗਲਾ ਘਰ ਹੈ। ਔਰਤ ਨਾਲ ਕਿਤੇ ਨਾ ਕਿਤੇ ਜਦੋਂ ਅਸੀਂ ਸਟੱਡੀ ਕਰਦੇ ਸਮਝ ਆਉਂਦੀ ਹੈ, ਜਦੋਂ ਪੇਕੇ ਪਲਦੀ ਹੈ, ਉਹਨੂੰ ਲੜਕਾ ਵੀ ਨਾਲ ਹੀ ਪਲਦਾ, ਵੱਡਾ ਹੁੰਦਾ। ਜਦੋਂ ਵੀ ਉਹ ਕੋਈ ਚੀਜ਼ ਖਰੀਦਣ ਲੱਗਦੀ, ਉਹਨੂੰ ਇੱਦਾਂ ਕਹਿਣਗੇ, ਤੇਰਾ ਘਰ ਇਹ ਥੋੜ੍ਹਾ, ਤੇਰਾ ਘਰ ਤੇ ਰੱਬ ਨੇ ਕਿਤੇ, ਅਸੀਂ ਪਰਿਵਾਰਾਂ ਵਾਲੇ ਬੈਠੇ ਹਾਂ ਜੀ, ਕਹਿੰਦੇ ਧੀ ਨੂੰ ਪਲਦੀ ਹੋਵੇ, ਤੇਰਾ ਘਰ ਤਾਂ ਰੱਬ ਨੇ ਅੱਗੇ ਬਣਾਇਆ। ਪਾਲ ਕੇ ਜਵਾਨ ਕਰਕੇ ਸਹੁਰੇ ਤੋਰਦੇ ਆ, ਉੱਥੇ ਫੇਰ ਕਹਿੰਦੇ ਬਗਾਨੀ ਹੈ। ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਨਹੀਂ, ਅਜੇ ਤੱਕ ਇਹ ਨਹੀਂ ਸਮਝਾ ਪਾਏ ਵੀ ਔਰਤ ਦਾ ਆਪਣਾ ਘਰ ਕਿਹੜਾ ਹੈ। ਸੱਚ ਇਹ ਹੈ, ਜਿਹੜੇ ਕਹਿੰਦੇ ਔਰਤ ਦਾ ਘਰ ਕਿਹੜਾ, ਸੱਚਾਈ ਇਹ ਆ ਔਰਤ ਤੋਂ ਬਿਨਾਂ ਘਰ ਹੀ ਕੋਈ ਨਹੀਂ। ਘਰ ਬਣਦਾ ਹੀ ਔਰਤ ਨਾਲ ਹੈ। ਜਦੋਂ ਘਰ ਵਿੱਚ ਔਰਤ ਹੈ, ਮਾਂ ਹੈ, ਭੈਣ ਹੈ, ਪਤਨੀ ਹੈ। ਤੁਸੀਂ ਕਈਆਂ ਪਰਿਵਾਰਾਂ ਜਾ ਕੇ ਵੇਖਿਓ। ਇੱਕ ਦਿਨ ਸਾਨੂੰ ਇੱਕ ਵੀਰ ਪਰਿਵਾਰ ਜਾਣ ਦਾ ਮੌਕਾ ਮਿਲਿਆ। ਜਦੋਂ ਅਸੀਂ ਜਾ ਕੇ ਇੱਦਾਂ ਪ੍ਰਵੇਸ਼ ਕੀਤਾ,
ਤਾਂ ਉਹਨਾਂ ਦੇ ਬੇਟੇ ਦੇ ਆਨੰਦ ਕਾਰਜ ਨੂੰ ਅਜੇ ਮੈਨੂੰ ਲੱਗਦਾ 3 ਕੁ ਮਹੀਨੇ ਹੋਏ ਨੇ। ਤੇ ਜਦੋਂ ਅਸੀਂ ਗਏ, ਕਿਸਾਨੀ ਅੰਦੋਲਨ 'ਚ ਵੀ ਬੜਾ ਵੱਡਾ ਯੋਗਦਾਨ ਹੈ ਉਸ ਪਰਿਵਾਰ ਦਾ। ਜਦੋਂ ਅਸੀਂ ਗਏ ਤਾਂ ਜਾਂਦਿਆਂ ਹੀ ਲੜਕੇ ਦੀ ਮਾਤਾ ਨੇ ਕਿਹਾ ਸਾਡੀ ਬੇਟੀ ਹੈ ਜੀ, ਯਾਨੀ ਕਿ ਨੂੰਹ ਨੂੰ ਕੀ ਕਿਹਾ, ਇਹ ਸਾਡੀ ਬੇਟੀ ਹੈ ਜੀ। ਬੜਾ ਸਕੂਨ ਮਿਲਿਆ। ਮੈਂ ਕਿਹਾ ਕਾਸ਼ ਜਦੋਂ ਸੱਸਾਂ ਇਹ ਕਹਿਣ ਲੱਗ ਪੈਣ ਇਹ ਮੇਰੀ ਨੂੰਹ ਨਹੀਂ, ਇਹ ਮੇਰੀ, ਸਾਰੇ ਬੋਲਿਓ, ਬੇਟੀ ਹੈ। ਅਤੇ ਨੂੰਹ ਇੱਦਾਂ ਕਵੇ ਇਹ ਮੇਰੀ ਮਾਂ ਹੈ, ਪਾਲਿਆ ਮੈਨੂੰ ਉਹਨੇ ਹੈ, ਪੈਦਾ ਮੈਨੂੰ ਉਹਨੇ ਕੀਤਾ ਹੈ, ਪਰ ਮਾਂ ਮੇਰੀ ਇਹ ਹੈ। ਮੈਂ ਕਹਿੰਦਾ ਇਹੋ ਜਿਹੇ ਘਰ ਬੈਕੁੰਠ ਬਣ ਜਾਣਗੇ, ਇਹ ਘਰ ਸਵਰਗ। ਇਹੋ ਜਿਹੇ ਘਰ 'ਚ ਕੋਈ ਬੰਦਾ ਇੱਕ ਰਾਤ ਰਹਿਣ ਆਵੇ ਰਿਸ਼ਤੇਦਾਰ, ਉਹ ਕਹੇਗਾ ਮੈਂ 3 ਰਾਤਾਂ ਰਹਿ ਕੇ ਜਾਣਾ, ਮੈਨੂੰ ਤੁਹਾਡੇ ਘਰ ਸ਼ਾਂਤੀ ਬੜੀ ਮਿਲੀ, ਤੁਹਾਡੇ ਘਰ ਦਾ ਇਤਫਾਕ, ਤੁਹਾਡੇ ਘਰ ਦਾ ਪਿਆਰ, ਤੁਹਾਡੇ ਘਰ ਦਾ ਸਲੀਕਾ ਬਾ ਕਮਾਲ ਸੀ, ਜਿੱਥੇ ਤੁਸੀਂ ਇੰਨੇ ਪਿਆਰ ਨਾਲ ਰਹਿੰਦੇ ਹੋ। ਮਾਫ਼ ਕਰਨਾ, ਇਹ ਕੋਈ ਜੜੀਆਂ ਬੂਟੀਆਂ ਨਾਲ ਘਰ ਸੂਤਰ ਨਹੀਂ ਆਉਣੇ, ਕੋਈ ਧਾਗਿਆਂ ਤਵੀਤਾਂ ਨਾਲ, ਕੋਈ ਕਾਲੇ ਇਲਮ ਦੇ ਨਾਲ ਗੱਲ ਨਹੀਂ ਬਣਨੀ। ਇਹਦੇ ਵਾਸਤੇ ਸਾਨੂੰ ਭੈਕੀਆਂ ਦੇ ਸਲਾਈਆਂ ਨੈਣੀ, ਭਾਵਕਾ ਕਰ, ਬੋਲੋ ਸਾਰੇ, ਭਾਵਕਾ ਕਰ ਸ਼ਿੰਗਾਰੋ। ਜਦੋਂ ਲੜਕੇ ਦਾ ਬਾਪ, ਲੜਕੇ ਦੀ ਮਾਂ, ਜਦੋਂ ਲੜਕੀ ਦੇ ਮਾਂ ਬਾਪ ਇੱਦਾਂ ਕਹਿਣ ਲੱਗ ਪਏ। ਅੱਜ ਸਮੱਸਿਆ ਸਾਡੀ ਕੀ ਹੈ, ਧਿਆਨ ਨਾਲ ਸੁਣਿਓ। ਆਪਾਂ ਅੱਜ ਗ੍ਰਸਤ ਦੇ ਸੰਬੰਧ ਵਿੱਚ ਬੈਠੇ ਹਾਂ, ਆਪਾਂ ਆਪਣੀ ਧੀ ਵਿਆਹੁੰਦੇ ਹਾਂ। ਆਹ ਜਿਹੜੀਆਂ ਮੈਂ ਵਿਚਾਰਾਂ ਕਰ ਰਿਹਾ, ਇਹ ਕਿਸੇ ਇੱਕ ਪਰਿਵਾਰ ਨਾਲ ਸੰਬੰਧਿਤ ਨਹੀਂ। ਇੱਥੇ ਹਰ ਇੱਕ ਬੰਦਾ ਆਪਣੇ 'ਤੇ ਗੱਲ ਲਾ ਕੇ ਵੇਖਿਓ, ਮੈਂ ਆਪਣੇ 'ਤੇ ਲਾ ਕੇ ਵੇਖਣੀ, ਤੁਸੀਂ ਆਪਣੇ 'ਤੇ ਲਾ ਕੇ ਵੇਖਣੀ। ਆਪਾਂ ਧੀ ਵਿਆਹੀਏ, ਧਿਆਨ ਨਾਲ ਸੁਣਿਓ, ਮੈਂ ਐਗਜ਼ਾਮਪਲ ਦੇਣ ਲੱਗਾ। ਬਾਹਰ ਤਾਂ ਇਹ ਗੱਲਾਂ ਨਹੀਂ ਹੈਗੀਆਂ, ਬਾਹਰ ਤਾਂ ਨੋਰਮਲ ਹੈ ਸਾਰੀ ਪੋਜੀਸ਼ਨ। ਉੱਥੇ ਤਾਂ ਪਾਣੀ ਵੀ ਇੱਕ ਦੂਜੇ ਨੂੰ ਫੜਾਇਆ ਜਾ ਸਕਦਾ, ਬੰਦਾ ਰੋਟੀ ਖਾ ਕੇ ਪਲੇਟ ਆਪਣੀ ਕਿਚਨ 'ਚ ਆਪੇ ਵੀ ਲੈ ਜਾਂਦਾ, ਕੋਈ ਸੰਗ ਸ਼ਰਮ ਨਹੀਂ ਹੈਗੀ। ਬੰਦਾ ਰੋਟੀ ਖਾਂਦਾ, ਭੈਣ ਪਾਣੀ ਫੜਾ ਦਿੰਦੀ, ਗਲਾਸ ਪਾਣੀ ਦਾ ਗਲਾਸ ਭੈਣ ਫੜਾ ਦਿੰਦੀ ਹੈ, ਪਤਨੀ ਵੀ ਪਾਣੀ ਦਾ ਗਲਾਸ ਫੜਾਉਂਦੀ ਵੀ ਮੇਰਾ ਪਤੀ ਰੋਟੀ ਖਾ ਰਿਹਾ। ਅੱਛਾ, ਜੇ ਪਤਨੀ ਰੋਟੀ ਖਾਂਦੀ ਹੋਵੇ ਤਾਂ ਉਹ ਇੱਦਾਂ ਕਹਿ ਦੇਵੇ ਵੀ ਮੈਨੂੰ ਵੀ ਪਾਣੀ ਦਾ ਗਲਾਸ ਫੜਾ ਦਿਓ। ਅੱਛਾ, ਜੇ ਤੇ ਧੀ ਨੂੰ ਜਵਾਈ ਪਾਣੀ ਦਾ ਗਲਾਸ ਫੜਾ ਦੇਵੇ ਤਾਂ ਫਿਰ ਸੱਸ ਇੱਦਾਂ ਕਹਿੰਦੀ ਹੈ, ਲੜਕੀ ਦੀ ਮਾਂ, ਭੈਣੇ ਮੋਤੀ ਪੁੰਨ ਕੀਤੇ, ਇੱਦਾਂ ਦਾ ਜਵਾਈ ਮਿਲਿਆ। ਹਾਂਜੀ, ਅੱਛਾ, ਜੇ ਪਾਣੀ ਦਾ ਗਲਾਸ ਨੂੰਹ ਨੂੰ ਪੁੱਤ ਫੜਾ ਦੇਵੇ ਫਿਰ ਕਹਿਣਾ ਭੈਣੇ ਥੱਲੇ ਲੱਗਾ। ਉਹ ਤਾਂ ਦਿਨ ਕਹਿੰਦੀ ਆ, ਉਹ ਦਿਨ ਆ, ਉਹ ਕਹਿੰਦਾ ਰਾਤ ਆ, ਉਹ ਰਾਤ ਆ। ਇਹਦਾ ਮਤਲਬ ਜਦੋਂ ਤੁਹਾਡੀ ਧੀ ਨੂੰ ਪਾਣੀ ਦਾ ਗਲਾਸ ਤੁਹਾਡੇ ਜਵਾਈ ਨੇ ਫੜਾਇਆ ਉਦੋਂ ਮੋਤੀ ਪੁੰਨ। ਅੱਛਾ, ਜੇ ਮੋਤੀ ਪੁੰਨ ਤੁਸੀਂ ਕੀਤੇ ਆ ਤੇ ਜਿਹੜਾ ਤੁਹਾਡਾ ਬੇਟਾ ਕਿਸੇ ਦਾ ਅੱਗੇ ਜਵਾਈ ਹੈ ਉਹਨਾਂ ਵੀ ਤਾਂ ਮੋਤੀ ਪੁੰਨ ਕੀਤੇ। ਮੋਤੀ ਤੇ ਮੋਤੀ ਹੁੰਦੇ ਨੇ ਬਈ। ਅੱਛਾ, ਜਦੋਂ ਸਾਡੀ, ਮੈਂ ਮਾਫ਼ ਕਰਨਾ, ਸਾਡੇ ਘਰਾਂ ਦੇ ਕਲੇਸ਼ ਮੁੱਕ ਜਾਣਗੇ ਜੇ ਮਰਦ ਬੈਠਾ ਹੈ ਰੋਟੀ ਖਾ ਰਿਹਾ ਹੈ, ਜੇ ਉਹਦੀ ਭੈਣ, ਉਹਦੀ ਪਤਨੀ ਪਾਣੀ ਦਾ ਗਲਾਸ ਫੜਾ ਸਕਦੀ ਹੈ, ਅਤੇ ਜਿੱਦਣ ਉਹਦੀ ਪਤਨੀ ਰੋਟੀ ਖਾ ਰਹੀ ਹੈ ਅਤੇ ਜੇ ਪਾਣੀ ਦਾ ਗਲਾਸ ਪਤੀ ਫੜਾ ਦੇਵੇਗਾ ਤਾਂ ਇਹ 'ਚ ਕੀ ਹਰਜ ਹੈ ਜੀ ਭਲਾ। ਅੱਛਾ, ਜਿਨ੍ਹਾਂ ਘਰਾਂ 'ਚ ਇਹ ਸੰਗ ਸ਼ਰਮ ਨਹੀਂ ਹੈਗੀ ਉਹ ਘਰ ਵੀ ਬੈਕੁੰਠ ਨੇ, ਉੱਥੇ ਪਿਆਰ ਮੁਹੱਬਤ ਸਨੇਹ ਹੈ। ਅਤੇ ਜਿੱਥੇ ਸਾਡੇ ਸਮਾਜ 'ਚ ਇਹ ਚੀਜ਼ਾਂ, ਆਹ ਗਰਦਨ ਹੈ ਨਾ, ਇੱਥੇ ਕਿੱਲਾ ਅੱਡਿਆ ਹੋਇਆ ਹੈ ਹੰਕਾਰ ਦਾ, ਬੜੀ ਖਤਰਨਾਕ ਚੀਜ਼ ਹੈ। ਇਹ ਕਿਸੇ ਦੇ ਧੌਣ 'ਚ ਵੀ ਹੋ ਸਕਦਾ, ਇੱਥੇ ਸਮੱਸਿਆ ਹੈ। ਵਿਦੇਸ਼ਾਂ ਵਿੱਚ ਤਾਂ ਇਹ ਚੀਜ਼ਾਂ ਦੀ ਕਾਫੀ ਹੱਦ ਤੱਕ ਬੰਦੇ ਨੇ ਚੀਜ਼ਾਂ ਸੋਲਵ ਕਰ ਲਈਆਂ ਵੀ ਉੱਥੇ ਜੇ ਇੱਕ ਪਿਆਜ਼ ਕੱਟ ਰਿਹਾ, ਦੂਜਾ ਕਹਿੰਦਾ ਲਿਆ ਮੈਂ ਤੜਕਾ ਲਾ ਦਿੰਦਾ, ਮੈਂ ਆਟਾ ਗੁੰਨਿਆ ਤੂੰ ਰੋਟੀਆਂ ਲਾ ਦੇ, ਲਿਆ ਮੈਂ ਕੱਪ ਧੋ ਦਿੰਦਾ। ਰਸੋਈ ਸਾਫ਼ ਆਮ ਹੀ ਕਰ ਦਿੰਦੇ ਨੇ ਉੱਥੇ, ਇੱਕ ਦੂਜੀ ਹੈਲਪ ਹੋ ਜਾਂਦੀ ਹੈ, ਕੱਪੜੇ ਵੀ ਧੋ ਕੇ ਮਸ਼ੀਨ 'ਚ ਪਾਏ, ਸਭ ਕੁਝ ਹੋ ਗਿਆ। ਅਜੇ ਇੱਥੇ ਸਮੱਸਿਆ, ਇੱਥੇ ਬੰਦਾ ਰੈਲੀ ਤੋਂ ਆਉਂਦਾ ਅਤੇ ਉਮੀਦ ਲਾਉਂਦਾ ਪਾਣੀ ਦਾ ਗਲਾਸ ਮੈਨੂੰ ਕੋਈ ਫੜਾਵੇ। ਮਾਫ਼ ਕਰਨਾ, ਮੈਂ ਕਲੀਅਰ ਗੱਲਾਂ ਕਰਨ ਲੱਗਾ। ਮਰਦ ਬਾਹਰੋਂ ਆਉਂਦਾ ਉਮੀਦ ਲਾਉਂਦਾ ਕਿ ਮੈਨੂੰ ਪਾਣੀ ਦਾ ਗਲਾਸ ਕੋਈ ਘਰ ਫੜਾਵੇ। ਆਉਂਦੇ ਆ, ਕੁਦਰਤੀ ਗੱਲ ਹੈ, ਫੜਾ ਵੀ ਦਿੰਦੇ ਆ। ਆਪਾਂ ਮਾਂ ਫੜਾਉਂਦੀ ਹੈ, ਪਤਨੀ, ਧੀ ਕਹਿੰਦੀ ਹੈ ਜਾ ਪਾਪਾ ਜੀ ਨੂੰ ਪਾਣੀ ਦਾ ਗਲਾਸ ਦਿਆ। ਅਤੇ ਜੇ ਮਾਂ ਭਲਾ ਬਾਜ਼ਾਰੋਂ ਸਮਾਨ ਲੈ ਕੇ ਆਵੇ, ਪਤਨੀ ਉਹ ਵੀ ਸਵੇਰ ਦੀ ਥੱਕੀ ਆਈ ਆ, ਕਦੀ ਮਨ 'ਚ ਆਇਆ ਵੀ ਮੈਂ ਉਹਨੂੰ ਵੀ ਪਾਣੀ ਦਾ ਗਲਾਸ ਫੜਾਵਾਂ? ਉੱਥੇ ਮਨ 'ਚ ਪਤਾ ਕੀ ਆਉਂਦਾ, ਆਪੇ ਫੜ ਕੇ ਪੀ ਲੈਣਾ ਇਹਨੇ। ਉਹਦਾ ਗੁਰਦੁਆਰੇ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਉੱਚੀ ਬੋਲੋ ਪਿਆਰਿਓ, ਤੇਰੇ ਭਾਣਾ ਸਰਬੱਤ ਦਾ ਭਲਾ। ਜਿੱਦਣ ਸਾਡੇ ਸਮਾਜ 'ਚ ਅਸੀਂ ਐਂ ਪਿਆਰ ਮੁਹੱਬਤ, ਜਦੋਂ ਅਸੀਂ ਪਿਆਰ ਮੁਹੱਬਤ ਨਾਲ ਘਰਾਂ ਵਿੱਚ ਰਹਿਣ ਲੱਗ ਪਏ, ਜ਼ਿੰਦਗੀ ਸਵਰਗ ਬਣ ਜਾਏਗੀ, ਜ਼ਿੰਦਗੀ ਬੈਕੁੰਠ ਬਣ ਜਾਏਗੀ। ਅਜੇ ਬੜੀ ਵੱਡੀ ਸਮੱਸਿਆ ਹੈ ਸਾਡੇ ਸਮਾਜ ਦੀ ਕਿ ਅਸੀਂ ਇਹ ਚੀਜ਼ਾਂ ਆਪਣੇ ਸਮਾਜ ਵਿੱਚ ਪੈਦਾ ਨਹੀਂ ਕਰ ਸਕੇ। ਗੁਰੂ ਸਾਹਿਬ ਜੀ ਨੇ ਇਹ ਵਿਚਾਰ, ਇਹ ਸੰਸਕਾਰ, ਇਹ ਗੁਣ ਦਿੱਤੇ। ਸ਼ਿੰਗਾਰ ਇੱਕ ਤਨ ਦਾ ਹੁੰਦਾ, ਇੱਕ ਮਨ ਦਾ ਹੁੰਦਾ। ਤਨ ਦੇ ਸ਼ਿੰਗਾਰ 'ਤੇ ਬੜੇ ਖਰਚੇ ਕੀਤੇ ਜਾਂਦੇ ਨੇ, ਬਹੁਤ ਕੁਝ ਹੁੰਦਾ ਹੈ।
ਪਰ ਤਨ ਦੇ ਸ਼ਿੰਗਾਰ ਨਾਲ ਘਰ ਨਹੀਂ ਵਸਦੇ, ਘਰ ਵਸਦੇ ਆ ਮਨ ਦੇ ਸ਼ਿੰਗਾਰ ਨਾਲ। ਮਨ ਦਾ ਸ਼ਿੰਗਾਰ ਕੀ ਆ? ਭੈਕੀਆਂ ਦੇ ਸਲਾਈਆਂ ਨੈਣੀ। ਇਹ ਔਰਤ ਲਈ ਤੇ ਮਰਦ ਲਈ ਕਾਮਨ ਸ਼ਬਦ ਹੈ। ਭੈ ਔਰਤ ਨੂੰ ਵੀ ਚਾਹੀਦਾ ਤੇ ਮਰਦ ਨੂੰ ਵੀ ਚਾਹੀਦਾ। ਲਾਂ ਦਾ ਜਦੋਂ ਅਸੀਂ ਪਾਠ ਕਰਦੇ ਨਾ, ਲਾਵਾਂ ਦਾ, ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ। ਸਾਰੇ ਬੋਲੋ, ਹਰ ਵੇਖੇ ਰਾਮ। ਵੇਖੋ 100 150 ਬਰਾਤ ਜਾਂਦੀ ਆ, ਲਾਵਾਂ ਤੇ ਕਿੰਨੇ ਬੈਠੇ ਹੁੰਦੇ ਜੀ ਭਲਾ? ਬੋਲ ਕੇ ਦੱਸਿਓ ਪਿਆਰਿਓ। ਹਾਂਜੀ 15 20। ਬਾਕੀ ਕਿੱਥੇ ਹੁੰਦੇ ਨੇ? ਬਾਕੀ ਪੈਲਸਾਂ ਵਿੱਚ। ਵੇਖੋ ਜਿੱਦਣ ਸਾਨੂੰ ਇਹ ਸਮਝ ਆ ਗਈ, ਆ ਹੁਣ ਤੁਸੀਂ ਮਹਿਸੂਸ ਕਰੋ, ਮੈਂ ਤਾਂ ਅੰਦਰੋਂ ਬਾਗੋ ਬਾਗ ਹੋ ਗਿਆ। ਮੈਂ ਐਡੀ ਦੂਰੋਂ ਸਫ਼ਰ ਤੈਅ ਕਰਕੇ ਆਇਆ। ਸਾਡੇ ਸਮਾਗਮ ਮੋਗੇ ਜ਼ਿਲ੍ਹੇ ਚੱਲਣ ਡਏ ਨੇ। ਬੜਾ ਪਿਆਰ ਹੈ ਸਾਡਾ ਭਾਈ ਗੁਰਦੀਪ ਸਿੰਘ ਹੁਣਾਂ ਦਾ, ਅਤੇ ਮੈਂ ਪਿਆਰ ਦੇ ਵਿੱਚ ਵੱਝਾ ਹੋਇਆ ਹੀ ਇੱਧਰ ਨੂੰ ਆਇਆ। ਅਤੇ ਮੈਂ ਆਉਂਦਿਆਂ ਮਹਿਸੂਸ ਕੀਤਾ ਕਿੰਨਾ ਸੋਹਣਾ ਪੰਡਾਲ ਇੱਦਾਂ ਸਜਾਇਆ। ਇਹ ਇਹਦਾ ਮਤਲਬ ਅੰਦਰ ਦੀ ਖਿੱਚ ਹੈ। ਐਂ ਲੱਗਦਾ ਇਹ ਗੁਰਮਤਿ ਸਮਾਗਮ ਹੋ ਰਿਹਾ ਹੈ। ਕੋਈ ਆਨੰਦ ਕਾਰਜ ਵਾਲੀ ਫੀਲਿੰਗ ਬਾਅਦ ਵਿੱਚ ਆਏਗੀ ਵੀ ਅਸੀਂ ਇੱਦਾਂ ਬੈਠ ਕੇ। ਨਹੀਂ ਤਾਂ ਸਾਡੇ ਘਰਾਂ 'ਚ ਦਬ ਸੁਖਮਨੀ ਸਰੂਪ ਲਿਆਂਦਾ, ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਸਰੂਪ ਗੁਰਦੁਆਰੇ ਛੱਡ ਆਓ। ਇੰਨਾ ਲੰਬਾ ਟਾਈਮ ਸਾਡੇ ਕੋਲ ਗੁਰੂ ਦੇ ਕੋਲ ਬਹਿਣ ਦਾ ਵਕਤ ਨਹੀਂ ਹੁੰਦਾ। 20 25 30 ਸਾਲ ਅਸੀਂ ਆਪਣਾ ਪੁੱਤ ਧੀ ਵੱਡਾ ਕਰਦੇ ਹਾਂ, ਪਰ ਜਦੋਂ ਸਮਾਂ ਆਉਂਦਾ ਉਦੋਂ 20 25 ਮਿੰਟ ਵੀ ਗੁਰੂ ਕੋਲ ਬਹਿਣਾ ਸਾਨੂੰ ਔਖਾ ਲੱਗਦਾ। ਜਿੱਦਣ ਸਾਨੂੰ ਇਹ ਪਿਆਰ, ਮੁਹੱਬਤ, ਸਨੇਹ, ਇਹ ਗੱਲਾਂ ਸਾਨੂੰ ਸਮਝ ਆ ਗਈਆਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ, ਕਿਵੇਂ ਅਸੀਂ ਆਪਣੀ ਜ਼ਿੰਦਗੀ 'ਚ ਕਦਰਾਂ ਕੀਮਤਾਂ ਸਟੱਡੀ ਕਰਨੀ ਹੈ। ਧੀਏ ਤੂੰ ਸਹੁਰੇ ਚੱਲੀ ਆ। ਸਿਆਣੀਆਂ ਮਾਵਾਂ, ਸਿਆਣੇ ਬਾਪ ਇੱਕ ਸ਼ਬਦ ਬੋਲਦੇ ਹੁੰਦੇ ਸੀ, ਪੁੱਤ ਤੇਰੀ ਉੱਥੇ ਕੋਈ ਬੋਲ ਚਾਲ ਹੋ ਗਿਆ, ਭਾਂਡੇ ਖੜਕਣੇ ਨੇ, ਜੇ ਟੋਕਰੀ 'ਚ 2 ਬਰਤਨ ਪਏ ਨੇ, ਮਾੜੀ ਮੋਟ ਆਵਾਜ਼ ਆਉਣੀ ਹੈ। ਕੋਈ ਨਹੀਂ ਕਹਿ ਸਕਦਾ ਆਵਾਜ਼ ਨਹੀਂ ਆਉਂਦੀ। ਇਹ ਆਵਾਜ਼ ਆਉਣੀ ਸੁਭਾਵਿਕ ਹੈ, ਇਹ ਕੁਦਰਤ ਦਾ ਨੇਚਰ ਹੈ ਵੀ ਮਾੜੀ ਮੋਟ ਕਿਤੇ ਬੋਲ ਚਾਲ ਹੋ ਸਕਦਾ ਹੈ। ਪਰ ਸਿਆਣੇ ਪਤੀ ਪਤਨੀ ਕਹਿੰਦੇ ਨਾ, ਜੇ ਆਪਾਂ ਮਾੜਾ ਮੋੜ ਬੋਲ ਚਾਲ ਕਰ ਵੀ ਲਿਆ, ਆਪਾਂ ਕਿਸੇ ਰਿਸ਼ਤੇਦਾਰ ਨੂੰ ਪਤਾ ਨਹੀਂ ਲੱਗਣ ਦੇਣਾ, ਆਪਾਂ ਘਰੇ ਨਜਿੱਠ ਲੈਣਾ। ਸਿਆਣੇ ਮਾਂ ਬਾਪ ਆਪਣੇ ਧੀ ਨੂੰ ਇੱਕ ਸ਼ਬਦ ਕਹਿ ਕੇ ਤੁਰ ਦਿੱਤੀ ਏ, ਜੇ ਤੈਨੂੰ ਸਹੁਰੇ ਪਰਿਵਾਰ 'ਚ ਕੋਈ ਉੱਚਾ ਕੌੜਾ ਕਸੜਾ ਸ਼ਬਦ ਬੋਲਿਆ, ਮੇਰੇ ਤੱਕ ਸ਼ਬਦ ਨਾ ਪਹੁੰਚਾਈ। ਪਤਾ ਕਿਉਂ? ਇਹਦੇ ਨਾਲ ਸਾਡਾ ਕੁੜਮਣੀਆਂ 'ਚ, ਸਾਡੇ ਕੁੜਮ ਭਰਾਵਾਂ 'ਚ ਪਿਆਰ ਵਿੱਚ ਫਿੱਕ ਪਵੇਗਾ। ਤੂੰ ਤੇ ਧੀਏ ਉੱਥੇ ਰਹਿਣਾ। ਜਦੋਂ ਮੈਂ ਮਿਲਣ ਜਾਊਂ ਜਾਂ ਮਿਲਣ ਜਾਊਂਗੀ ਤਾਂ ਮੇਰੀ ਦਿਮਾਗ ਵਿੱਚੋਂ ਜ਼ਹਿਰ ਭਰਿਆ ਹੋਣਾ, ਮੇਰਾ ਕੁੜਮਣੀ ਦੇ ਕੋਲ ਬਹਿਣ ਨੂੰ ਜੀ ਨਹੀਂ ਕਰਨਾ, ਮੇਰਾ ਕੁੜਮ ਦੇ ਕੋਲ ਬਹਿਣ ਨੂੰ ਜੀ ਨਹੀਂ ਕਰਨਾ। ਇਹ ਬੜੇ ਪਿਆਰੇ ਰਿਸ਼ਤੇ ਸੀ। ਸਮਝਾਉਣਾ ਵੀ ਇਹ ਚਾਹੀਦਾ। ਇੱਦਾਂ ਹੀ ਇਹ ਸੰਸਕਾਰ ਹੈ, ਜਿਵੇਂ ਲੜਕੀ ਪੇਕਾ ਪਰਿਵਾਰ ਛੱਡ ਕੇ ਸਹੁਰੇ ਘਰ ਜਾਂਦੀ ਹੈ, ਉੱਥੇ ਜ਼ਿੰਮੇਵਾਰੀ ਇਹ ਬਣਦੀ ਹੈ, ਇਹ ਆਪਣਾ ਪਰਿਵਾਰ ਛੱਡ ਕੇ ਆਈ ਆ, ਭਰਾ ਛੱਡ ਕੇ ਆਈ ਆ, ਆਪਣੇ ਪਿਤਾ ਨੂੰ, ਆਪਣੀ ਮਾਂ ਨੂੰ। ਤੁਸੀਂ ਵੇਖੋ ਜਦੋਂ ਮਾਂ ਆਪਣੀ ਧੀ ਨੂੰ ਤੋਰਦੀ ਹੈ, ਉਹਦੇ ਅੱਖਾਂ 'ਚ ਅਥਰੂ ਕਿਉਂ ਹੁੰਦੇ ਨੇ? ਕਿਉਂਕਿ ਉਹਨੇ ਜਿਗਰ ਦਾ ਟੋਟਾ ਪਾਲ ਕੇ ਜਵਾਨ ਕੀਤਾ ਹੁੰਦਾ ਹੈ, ਉਹਨੇ ਪੜ੍ਹਾਇਆ ਲਿਖਾਇਆ ਹੁੰਦਾ ਹੈ। ਉਹਨੂੰ ਉਸ ਵਕਤ ਉਹ ਮਾਂ ਜਾਣਦੀ ਹੈ ਕਿ ਅੱਜ ਘਰ 'ਚੋਂ ਇੱਕ ਜੀ ਜਾ ਰਿਹਾ ਹੈ। ਗੁਰੂ ਰਾਮਦਾਸ ਮਹਾਰਾਜ ਦਾ ਜਦੋਂ ਮੈਂ ਇਤਿਹਾਸ ਪੜ੍ਹਦਾ ਨਾ, ਗੁਰੂ ਰਾਮਦਾਸ ਮਹਾਰਾਜ ਨੇ ਇੱਕ ਦਿਨ ਵੀ ਇਹ ਫੀਲਿੰਗ ਨਹੀਂ ਆਉਣ ਦਿੱਤੀ ਗੁਰੂ ਅਮਰਦਾਸ ਜੀ ਨੂੰ ਕਿ ਮੈਂ ਤੁਹਾਡੇ ਘਰ ਦਾ ਜਵਾਈ ਹਾਂ। ਪੁੱਤਰ ਜਿੱਦਣ ਜਵਾਈ ਪੁੱਤਰ ਬਣ ਜਾਣ ਅਤੇ ਨੂੰਹਾਂ ਧੀਆਂ ਬਣ ਜਾਣ, ਸਾਧ ਸੰਗਤ ਜੀ, ਸਾਡੇ ਘਰ ਬੈਕੁੰਠ ਬਣ ਜਾਣਗੇ, ਸਾਡੇ ਘਰ ਸਵਰਗ ਬਣ ਜਾਣਗੇ। ਬੰਦਾ ਬਾਹਰੋਂ ਹਜ਼ਾਰਾਂ ਮੁਸ਼ਕਿਲਾਂ 'ਚੋਂ ਲੰਘ ਕੇ ਆਏ, ਪਰ ਜਦੋਂ ਆਪਣੇ ਘਰ ਦੀ ਦਹਿਲੀਜ਼ ਲੰਘੇਗਾ, ਪਤਾ ਦਿਮਾਗ 'ਚ ਕੀ ਆਏਗਾ? ਉਹ ਮਨਾ, ਹਜ਼ਾਰਾਂ ਟੈਨਸ਼ਨ ਨੇ ਤੈਨੂੰ, ਚਿੰਤਾਵਾਂ ਨੇ, ਪਰ ਇਹੋ ਜਿਹਾ ਪਰਿਵਾਰ ਥੋੜ੍ਹਾ ਕਿਸੇ ਹੋਰ ਕੋ ਹੈਗਾ, ਜਿੱਥੇ ਅਸੀਂ ਇਕੱਠੇ ਬਹਿੰਦੇ ਹਾਂ, ਰੋਟੀ ਖਾਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਦੁੱਖ ਸੁੱਖ ਪੁੱਛਦੇ ਹਾਂ, ਇੱਕ ਦੂਜੇ ਦੇ ਸਾਈਂ ਜਿਉਂਦੇ ਹਾਂ। ਇਹ ਚੀਜ਼ਾਂ ਸਮਾਜ ਵਿੱਚੋਂ ਹੌਲੀ ਹੌਲੀ, ਅਮੀਰੀ ਵੱਡੇ ਘਰ 'ਚ ਨਹੀਂ, ਅਮੀਰੀ ਵੱਡੀ ਗੱਡੀ 'ਚ ਨਹੀਂ, ਅਮੀਰੀ ਜ਼ਮੀਨਾਂ ਜਾਇਦਾਦਾਂ 'ਚ ਨਹੀਂ, ਅਮੀਰੀ ਹੈ ਜਿੱਥੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਹ 2008 ਦੀ ਗੱਲ ਦੱਸਣ ਲੱਗਾ ਤੁਹਾਨੂੰ ਮੈਂ। ਦਿੱਲੀ ਬੰਗਲਾ ਸਾਹਿਬ ਕਥਾ ਕਰ ਰਿਹਾ ਸੀ ਅਤੇ ਸ਼ਾਮ ਨੂੰ ਉੱਥੇ ਮੋਤੀ ਨਗਰ ਦੀਵਾਨ ਸਜਿਆ, ਅਤੇ ਅਸੀਂ ਸ਼ਾਮ ਨੂੰ ਬੰਗਲਾ ਸਾਹਿਬ ਗੁਰਦੁਆਰੇ ਨੂੰ ਆ ਰਹੇ ਸੀ, ਅਤੇ ਫੁੱਟਪਾਥ 'ਤੇ ਵਿਚਕਾਏ ਸ਼ਾਮਾਂ ਪਈਆਂ, ਰਾਤ ਦਾ 8:30 9 ਦਾ ਟਾਈਮ ਸੀ। ਫੁੱਟਪਾਥ 'ਤੇ ਇੱਕ ਭਿਖਾਰੀ ਆਪਣੇ ਪਰਿਵਾਰ ਨਾਲ ਬੈਠਾ ਹੈ, ਰੈੱਡ ਬੱਤੀ ਹੋਈ ਹੈ, ਗੱਡੀਆਂ ਰੁਕੀਆਂ ਨੇ। ਮੇਰਾ ਧਿਆਨ ਸ਼ੀਸ਼ੇ ਵਿੱਚੋਂ ਬਾਹਰ ਪੈ ਗਿਆ। ਉਹ ਘਟਨਾ ਮੈਨੂੰ ਅੱਜ ਤੱਕ ਨਹੀਂ ਭੁੱਲਦੀ। ਇਹ ਗੱਲ 8 ਦੀ ਹੈ, 14 ਸਾਲ ਦੇ ਕਰੀਬ ਇਹ ਗੱਲ ਹੋ ਚੱਲੀ ਹੈ। ਉਹ ਪਰਾਤ ਵਿੱਚ ਚੌਲ ਪਏ ਨੇ ਫਿੱਕੇ, ਅਤੇ ਨਾਲ ਕੁਝ ਸਬਜ਼ੀ ਵੀ ਹੈ ਨਹੀਂ, ਅਤੇ ਉਹ ਚੌਲ ਖਾ ਰਹੇ ਫਿੱਕੇ ਵਲੇਟ ਵਲੇਟ ਕੇ ਇੱਦਾਂ। ਅਤੇ ਉਹ ਆਪ ਵੀ ਹੱਸ ਰਿਹਾ, ਉਹਦੀ ਪਤਨੀ ਵੀ ਹੱਸ ਰਹੀ, ਅਤੇ ਉਹਦੇ ਬੱਚੇ ਵੀ ਹੱਸ ਰਹੇ।
ਤੇ ਮੈਂ ਮਨ 'ਚ ਸੋਚਿਆ, ਮੈਂ ਕਿਹਾ ਮਨਾ ਪਰਾਤ ਵਿੱਚ ਫਿੱਕੇ ਚੌਲਾਂ ਨਾਲ ਸਬਜ਼ੀ ਵੀ ਹੈ ਨਹੀਂ ਲਾਉਣ ਨੂੰ, ਪਰ ਹਾਸਾ ਵੇਖੋ ਕਿੱਡਾ ਕਮਾਲ ਦਾ। ਇੱਥੇ ਮੈਂ ਕਿਹਾ ਕਈਆਂ ਦੀਆਂ ਪਲੇਟਾਂ ਮਹਿੰਗੀਆਂ ਮਹਿੰਗੀਆਂ ਹੋਣੀਆਂ ਕਈਆਂ ਦੇ ਘਰਾਂ 'ਚ, ਨਾਲ ਪਾਪੜ ਵੀ ਰੱਖੇ ਹੋਣੇ ਆ, ਨਾਲ ਸਲਾਦ ਵੀ 2-2 ਕਿਸਮ ਦਾ ਹੋਣਾ, ਦਹੀਂ 3-3 ਕਿਸਮ ਦੇ ਹੋਣੇ ਆ, ਸਬਜ਼ੀਆਂ ਵੀ ਹੋਣੀਆਂ ਨੇ, ਖੀਰਾਂ, ਕਈ ਕੁਝ ਬਣਿਆ ਹੋਣਾ, ਪਰ ਖਾਂਦਿਆਂ ਵੀ ਚਿਹਰੇ 'ਤੇ ਹਾਸਾ। ਉੱਚੀ ਬੋਲ ਕੇ ਦੱਸਿਓ, ਖਿਰਿਆ ਬੰਦਾ ਰੋਟੀ ਖਾ ਰਿਹਾ। ਖੁਰਾਕ ਜਿਹੜਾ ਬੰਦਾ ਖੁਸ਼ ਹੈ ਉਹਨੂੰ ਤਾਂ ਪਾਣੀ ਵੀ ਘਿਓ ਵਾਂਗੂ ਲੱਗਦਾ। ਜਿਹੜਾ ਬੰਦਾ ਅੰਦਰੋਂ ਸੜਿਆ ਹੋਵੇ ਉਹਨੂੰ ਭਾਵੇਂ ਤੁਸੀਂ ਬਦਾਮ ਛਿਲ ਖਵਾਈ ਜਾਓ, ਰਾਤ ਭੇਂ ਕੇ ਸਵੇਰੇ 12-13 ਬਦਾਮ ਖਵਾਓ, ਆਖੇ ਜੇ ਚਿਹਰੇ 'ਤੇ ਰੌਣਕ ਆ ਗਈ। ਕਈ ਬੰਦੇ ਤੁਸੀਂ ਵੇਖਣਾ 70-80 ਸਾਲ ਤੱਕ ਵੀ ਚਿਹਰੇ 'ਤੇ ਹਾਸਾ, ਖੇੜਾ, ਨੂਰ। ਤੁਸੀਂ ਜਿੰਨੇ ਮੇਰੇ ਵੀਰ ਭੈਣ ਭਰਾ ਬੈਠੇ ਜੇ, ਮਨ ਬੜੀ ਵੱਡੀ ਚੀਜ਼ ਹੈ। ਪੜ੍ਹਿਆ ਕਰੋ, ਸਮਝ ਆ ਜਾਏ। ਜਿਸ ਬੰਦੇ ਦਾ ਮਨ ਖੁਸ਼ ਹੈ ਨਾ, ਉਹਦੀ ਸਕਿਨ ਵੀ ਖੁਸ਼ ਹੁੰਦੀ ਹੈ, ਉਹਦਾ ਤਨ ਵੀ ਖੁਸ਼ ਹੁੰਦਾ। ਜਦੋਂ ਤੁਹਾਡਾ ਮਨ ਖੁਸ਼ ਨਹੀਂ ਹੋਏਗਾ, ਉਦੋਂ ਭਾਵੇਂ ਜਿੰਨੇ ਮਰਜ਼ੀ ਬਾਹਰ ਦੇ ਆਰਟੀਫਿਸ਼ਲ ਅਸੀਂ ਰੰਗ ਰੂਪ ਬਦਲਣ ਵਾਸਤੇ ਡਿਜ਼ਾਈਨ ਕਰ ਲਈਏ, ਗੱਲ ਨਹੀਂ ਬਣੇਗੀ। ਜਿੱਦਣ ਮਨ ਖੁਸ਼ ਹੋਏਗਾ, ਬਾਣੀ ਦਾ ਵਾਕ ਹੈ, ਖਾਣਾ ਪੀਣਾ ਹੱਸਣਾ ਸੌਣਾ। ਬਾਣੀ ਖਾਣ ਪੀਣ ਹੱਸਣ ਸੌਣ ਤੋਂ ਮਨਾ ਨਹੀਂ ਕਰਦੀ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ, ਸਾਰੇ ਬੋਲੋ, ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ। ਤਜਰਬਾ ਕਰਕੇ ਵੇਖ ਲਿਓ, ਪ੍ਰਸ਼ਾਦਾ ਛਕਦਿਆਂ ਤੁਸੀਂ ਕਿਤੇ ਹੱਸ ਲਓ, ਤੁਹਾਨੂੰ ਖੁਸ਼ੀ ਆ ਜਾਏ, ਉਹ ਪ੍ਰਸ਼ਾਦਾ ਪਚਣਾ ਵੀ ਛੇਤੀ ਆ, ਅਤੇ ਉਹ ਪ੍ਰਸ਼ਾਦ ਦਾ ਖੂਨ ਵੀ ਸਾਰਾ ਹੀ ਬਣ ਜਾਣਾ। ਕਈ ਕਹਿਣਗੇ ਇੰਨਾ ਖਾਣਾ ਖੂਨ ਨਹੀਂ ਬਣਦਾ, ਸੁੱਕਦਾ ਜਾਂਦਾ ਜਾਂ ਸੁੱਕਦੀ ਜਾਂਦੀ ਹੈ, ਆਪੇ ਸੁੱਕਣਾ। ਵਜ੍ਹਾ ਹੈ ਅੱਜ ਮਨ ਦੀ ਖੁਰਾਕ ਸਾਡੀ ਸਹੀ ਨਹੀਂ। ਜਿਮ ਜਾਣ ਵਾਲੇ ਵੀਰਾਂ ਨੂੰ ਮੈਂ ਅਕਸਰ ਕਹਿੰਦਾ ਹੁੰਦਾ ਕਿ ਤੁਸੀਂ ਵੇਖੋ ਉੱਥੇ ਪੂਰਾ ਡਾਇਟ ਪਲਾਨ ਦਿੱਤਾ ਹੁੰਦਾ ਵੀ ਇੰਨਾ ਪ੍ਰੋਟੀਨ ਲੈਣਾ, ਆਹ ਕਰਨਾ। ਅੱਜ ਮਨ ਦੀ ਖੁਰਾਕ ਨਾ ਹੋਣ ਕਰਕੇ ਅੱਜ ਤੁਸੀਂ ਵੇਖੋ ਕਿੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ। ਅੱਜ ਬੰਦੇ ਨੂੰ ਸਾਰਾ ਅਸਰ ਬੰਦੇ ਦੀ ਸਰੀਰ ਦੀ ਖੁਰਾਕ 'ਤੇ ਡਿਪੈਂਡ ਨਹੀਂ ਕਰਦਾ, ਬਹੁਤ ਕੁਝ ਮਨ ਦੀ ਖੁਰਾਕ 'ਤੇ ਡਿਪੈਂਡ ਵੀ ਕਰਦਾ। ਅੱਜ ਸਾਡਾ ਵੇਖਣਾ, ਸਾਡਾ ਸੁਣਨਾ, ਸਾਡਾ ਬੋਲਣਾ, ਸਾਡਾ ਪੜ੍ਹਨਾ, ਇਹ ਸਭ ਮਨ ਦੀ ਖੁਰਾਕ ਹੈ। ਜਿੱਦਾਂ ਦਾ ਅਸੀਂ ਵੇਖਦੇ ਹਾਂ, ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿੱਦਾਂ ਦੇ ਮਾਹੌਲ 'ਚ ਬੰਦਾ ਬੈਠਦਾ ਹੈ, ਜਿੱਦਾਂ ਦੇ ਮਾਹੌਲ 'ਚ ਬੰਦਾ ਰਹਿੰਦਾ, ਉੱਦਾਂ ਦਾ ਅਸਰ ਉਹਦੇ ਮਨ 'ਤੇ ਪੈਣਾ ਸੁਭਾਵਿਕ ਹੈ। ਜਦੋਂ ਅਸੀਂ ਚੰਗੇ ਸਮਝਾਂਗੇ, ਜ਼ਿੰਦਗੀ ਖੂਬਸੂਰਤ ਬਣੇਗੀ। ਤਾਂ ਧੰਨ ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਇੱਕ 'ਚ ਬੜੀ ਵੱਡੀ ਪਾਵਰ ਹੈ ਪਿਆਰਿਓ। ਇੱਦਾਂ ਤੁਸੀਂ ਇੱਕ ਲਿਖੋ, ਉਹਦੇ ਨਾਲ ਇੱਕ 0 ਲਿਖ ਦਿਓ, 0 ਲਿਖ ਦਿਓ ਅਤੇ 10 ਬਣ ਗਏ। 2 ਲਿਖ ਦਿਓ ਅਤੇ 100 ਬਣ ਗਿਆ। 3 ਲਿਖ ਦਿਓ 1000 ਬਣ ਗਿਆ। 4 ਲਿਖ ਦਿਓ 10,000 ਬਣ ਗਿਆ। 5 ਲਿਖ ਦਿਓ ਲੱਖ ਬਣ ਗਿਆ। ਪਰ 5 ਸਿਫਰਾਂ ਲਿਖ ਕੇ ਹੁਣ ਇੱਕ ਅੰਕ ਉਡਾ ਦਿਓ। ਹੁਣ ਉਹਨਾਂ 5 ਸਿਫਰਾਂ ਦੀ ਕੋਈ ਰਕਮ ਬਣੀ 0। ਇੱਕ ਵਿੱਚ ਪਾਵਰ ਹੈ। ਉਹ ਇੱਕ ਮਾਲਕ ਮੇਰੇ ਕੋਲ ਹੈ, ਇੱਕ ਨਿਰੰਕਾਰ ਨਾਲ ਮੇਰੀ ਸਾਂਝ ਹੈ। ਅਤੇ ਸਿਫਰਾਂ ਵਧਾਈ ਜਾਓ, ਜਿੰਨੀਆਂ ਸਿਫਰਾਂ ਵਧਾਈ ਜਾਓਗੇ, ਭਾਵੇਂ ਉਹ ਜ਼ਮੀਨ ਹੈ, ਭਾਵੇਂ ਉਹ ਕੋਠੀ ਹੈ, ਭਾਵੇਂ ਉਹ ਕਾਰਾਂ ਨੇ, ਭਾਵੇਂ ਉਹ ਪੁੱਤਰ ਨੇ, ਭਾਵੇਂ ਉਹ ਧੀਆਂ ਨੇ, 10-10 ਗੁਣਾ ਉਹਦੀ ਵੈਲਿਊ ਵੱਧਦੀ ਜਾਣੀ ਹੈ। ਜੇ ਮੇਰੇ ਕੋਲ ਇੱਕ ਹੈਗਾ ਤੇ, ਜੇ ਮੇਰੇ ਕੋਲ ਇੱਕ ਓਂਕਾਰ ਹੈਗਾ ਤੇ, ਜੇ ਮੇਰੇ ਕੋਲ ਆਦ ਸੱਚ, ਸਾਰੇ ਬੋਲੋ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ। ਜੇ ਮੇਰੇ ਕੋਲ ਇੱਕ ਹੈਗਾ ਤੇ 10-10 ਗੁਣਾ ਇਹਦੀ ਵੈਲਿਊ ਵੱਧਦੀ ਜਾਣੀ। ਭੱਟਾਂ ਨੇ ਗੁਰੂ ਅਮਰਦਾਸ ਜੀ ਦੇ ਪਰਥਾਏ ਕਿਹਾ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਘਰ ਇੱਕ ਵਿਚਾਰਿਓ। ਤੂੰ ਪੜ੍ਹਿਆ ਵੀ ਇੱਕ ਨੂੰ, ਮਨ ਵਿੱਚ ਧਰਿਆ ਵੀ ਇੱਕ ਨੂੰ, ਤੂੰ ਮਨ ਵਿੱਚ ਵਿਚਾਰਿਆ ਵੀ ਇੱਕ ਨੂੰ। ਅੱਜ ਤਾਂ ਅਸੀਂ ਇੱਕ ਨੂੰ ਵਿਚਾਰਿਆ ਹੀ ਨਹੀਂ। ਪਿਓ ਕਿਸੇ ਹੋਰ ਬਾਬੇ ਨੂੰ ਮੰਨਦਾ, ਪੁੱਤ ਕਿਸੇ ਹੋਰ ਨੂੰ ਮੰਨਦਾ। ਅੱਜ ਕੋਈ ਉੱਥੇ ਮੱਥਾ ਟੇਕਿਆ, ਉੱਥੇ ਦੀਵਾ ਜਗਾ ਦਿੱਤਾ। ਅੱਜ ਸਾਡੀ ਇੱਕ ਤੇ ਆਸਥਾ ਹੀ ਨਹੀਂ ਹੈਗੀ। ਅੱਜ ਤਾਂ ਸਾਨੂੰ ਟੈਨਸ਼ਨ ਹੁੰਦੀ ਹੈ। ਕਈ ਬੰਦੇ ਵੀਰਵਾਰ ਰਿਸ਼ਤੇਦਾਰਾਂ ਕੋਲ ਨਹੀਂ ਜਾਂਦੇ। ਕਹਿੰਦੇ ਕਿਉਂ? ਕਹਿੰਦੇ ਮਗਰੋਂ ਦੀਵਾ ਨਹੀਂ ਜਗਾਉਣਾ ਕਿਸੇ ਨੇ। ਮਤਲਬ ਉਹਨਾਂ ਨੂੰ ਇਹ ਟੈਨਸ਼ਨ ਹੈ, ਜੇ ਅਸੀਂ ਘਰੋਂ ਸਾਰਾ ਪਰਿਵਾਰ ਚਲੇ ਗਏ, ਵੀਰਵਾਰ ਸਾਡੇ ਬਾਬਾ ਜੀ ਹਨੇਰੇ 'ਚ ਹੀ ਬੈਠੇ ਰਹਿਣਗੇ। ਅਜੇ ਸਿੱਖ ਹੋ ਕੇ ਵੀ ਅਸੀਂ ਮੱਠੀਆਂ ਕਬਰਾਂ 'ਤੇ ਦੀਵੇ ਜਗਾਉਣ ਤੋਂ ਉੱਪਰ, ਉੱਚੀ ਬੋਲੋ, ਨਹੀਂ ਉੱਠ ਸਕੇ। ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜਿਹੜੇ ਦੇਹਧਾਰੀਆਂ ਨੂੰ ਮੰਨਦੇ ਆ ਨਾ, ਘਰ 'ਚ ਕਿਤੇ ਬਾਬਾ ਆ ਜਾਏ ਨਾ, ਸਾਰਾ ਪਰਿਵਾਰ ਜ਼ਮੀਨ 'ਤੇ ਬਹਿ ਕੇ ਬਾਬਾ ਜੀ ਨੂੰ ਬੈੱਡ 'ਤੇ ਜਾਂ ਸੋਫੇ 'ਤੇ ਬਿਠਾ ਦਿੰਦੇ ਆ, ਅਤੇ ਮਹਾਰਾਜ ਦਾ ਸਰੂਪ ਘਰ ਲਿਆ ਕੇ ਨਾ, ਇਕੱਲਾ ਗ੍ਰੰਥੀ ਸਿੰਘ ਅੰਦਰ ਪਾਠ ਕਰ ਰਿਹਾ ਅਤੇ ਬਾਕੀ ਸਾਰਾ ਟੱਬਰ
बाहर बैठे। ਇਹਦਾ मतलब ਅਸੀਂ ਬਾਬੇ ਦਾ ਵੱਧ ਸਤਿਕਾਰ ਕਰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ 'ਚ 35 ਮਹਾਂਪੁਰਖਾਂ ਦਾ ਉਪਦੇਸ਼ ਹੈ। ਕਿੰਨਿਆਂ ਦਾ ਜੀ? ਇੱਕ ਨਹੀਂ, ਦੋ ਨਹੀਂ, 35 ਮਹਾਂਪੁਰਖ। 35 ਮਹਾਂਪੁਰਖਾਂ ਦਾ ਅਗੰਮੀ ਗਿਆਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਪਰ ਕੋਈ ਟਾਵਾਂ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਕਿ ਮੈਂ ਆਪਣੇ ਗੁਰੂ ਦੇ ਕੋਲ ਬੈਠ ਕੇ ਵਿਚਾਰ ਸੁਣਾ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ। ਇਹ ਜ਼ਿੰਦਗੀ ਦਾ ਪਦਾਰਥ, ਇਹ ਜਨਮ ਹੈ, ਇਹ ਸਫਲ ਹੋ ਜਾਊਗਾ ਕਦੋਂ? ਜੇ ਸੱਚਾ ਸ਼ਬਦ ਕਥ। ਜੇ ਮੇਰੇ ਕੋਲ ਸ਼ਬਦ ਸੱਚਾ ਆ ਗਿਆ। ਅੱਜ ਸ਼ਬਦ ਤਾਂ ਹੈ, ਵੇਖੋ ਸ਼ਬਦ ਵਿੱਚ ਫਰਕ ਹੁੰਦਾ। ਇੱਕ ਸ਼ਬਦ ਤੁਹਾਡੇ ਕੰਨਾਂ 'ਚ ਪੈਂਦਾ, ਤੁਹਾਡੇ ਮਨ ਨੂੰ ਸਕੂਨ ਮਿਲਦਾ। ਤੇ ਕੋਈ ਮਾੜੀ ਗੱਲ ਕਹੇ, ਹੈਗਾ ਉਹ ਵੀ ਸ਼ਬਦ ਹੀ ਆ, ਤੇ ਬੰਦਾ ਅੱਗ ਬਬੂਲਾ ਹੋ ਜਾਂਦਾ। ਹੁਣ ਜਦੋਂ ਮੈਂ ਗੁਰੂ ਦਾ ਸ਼ਬਦ ਸੁਣਦਾ, ਐਨ ਮਨ ਸ਼ਾਂਤ ਹੁੰਦਾ ਹੈ, ਮਨ ਚੜ੍ਹਦੀ ਕਲਾ 'ਚ ਰਹਿੰਦਾ ਹੈ, ਮਨ ਖੇੜੇ 'ਚ ਆਉਂਦਾ। ਤਾਂ ਆਖਿਆ ਸੀ ਨਾ, ਜਿਉਂ ਮੰਦਰ ਕੋ ਥਾਮੇ ਥੰਮਣ। ਸਾਰੇ ਬੋਲੋ, ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਭਣ। ਗੁਰੂ ਦਾ ਸ਼ਬਦ ਮਨ ਨੂੰ ਪਿੱਲਰਾਂ ਦੀ ਤਰ੍ਹਾਂ ਕੰਮ ਕਰਦਾ। ਜਿਵੇਂ ਪਿੱਲਰ ਕਿਸੇ ਇਮਾਰਤ ਨੂੰ ਥੰਮ ਕੇ ਰੱਖਦੇ ਨੇ, ਗੁਰੂ ਦਾ ਸ਼ਬਦ ਮੇਰੇ ਮਨ ਨੂੰ ਪਿੱਲਰ ਦੀ ਤਰ੍ਹਾਂ ਆਸਰਾ ਦਿੰਦਾ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ, ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਗੁਰ ਤੇ ਮਹਿਲ ਪ੍ਰਾਪਤੇ, ਗੁਰੂ ਦੇ ਰਾਹੀਂ ਹੀ ਉਹ ਸੱਚ ਦੇ ਮਹਿਲ ਦੀ ਪ੍ਰਾਪਤੀ ਹੋਣੀ ਹੈ। ਜਿਸ ਲਿਖਿਆ ਹੋਵੇ ਮੱਥ। ਬੰਦਾ ਆਪਣੇ ਮੱਥੇ ਦੇ ਭਾਗ ਗੁਰੂ ਦੀ ਸਿੱਖਿਆ ਲੈ ਕੇ ਬਦਲ ਸਕਦਾ ਹੈ। ਗੁਰੂ ਦੇ ਕੋਲੇ ਕਲਾ ਹੈ, ਗੁਰੂ ਕੋਲੇ ਤਾਕਤ ਹੈ। ਜਿਹੜੇ ਕਹਿੰਦੇ ਆ ਨਾ ਕਰਮ ਨਹੀਂ ਬਦਲਦੇ, ਕਰਮ ਬਦਲਨੇ ਬੰਦਿਆ ਤੇਰੇ ਆਪਣੇ ਹੱਥ ਵੱਸ ਹੈ। ਬਾਣੀ ਤੇ ਬਾਰ-ਬਾਰ ਕਹਿੰਦੀ ਹੈ, ਦੱਦੇ ਦੋਸ਼ ਨਾ ਦੇਊਂ ਕਿਸੇ, ਦੋਸ਼ ਕਰਮਾਂ ਆਪਣਿਆਂ। ਜੇ ਅੱਜ ਤੂੰ ਗਲਤ ਰਸਤੇ ਪਿਆ, ਪਰਮੇਸ਼ਰ ਕਿਸੇ ਨੂੰ ਗਲਤ ਰਸਤੇ ਨਹੀਂ ਪਾਉਂਦਾ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਜੇ ਮੈਂ ਰੱਬ ਨੂੰ ਦੋਸ਼ ਦੇਤਾ, ਬਾਣੀ ਦੇ ਵਿੱਚ ਤੇ ਪਰਮੇਸ਼ਰ ਬਾਰੇ ਕਿਹਾ, ਉਹ ਤੇ ਕਦੀ ਕਿਸੇ ਦਾ ਬੁਰਾ ਸੋਚਦਾ ਹੀ ਨਹੀਂ। ਉਹ ਤੇ ਸਾਂਝਾ ਸਾਹਿਬ ਬਾਪ ਹਮਾਰਾ। ਦੁਨੀਆ ਵਿੱਚ ਬੜਾ ਕੁਝ ਬਦਲਿਆ ਜਾ ਸਕਦਾ ਹੈ ਜੇ ਬਦਲਣਾ ਹੋਵੇ ਤਾਂ। ਜੇ ਇੱਦਾਂ ਕਿਸਮਤ ਨੂੰ ਕੋਸੀ ਜਾਈਏ, ਆਪਣੇ ਪਿਛੋਕੜ ਨੂੰ ਕੋਸੀ ਜਾਈਏ। ਆ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਘਰਾਂ ਵਿੱਚ ਪੇਂਟ ਕਰਨ ਵਾਲਾ ਵਿਅਕਤੀ ਹੈ, ਉਹਦਾ ਪੁੱਤਰ ਜੱਜ ਬਣ ਕੇ ਆਇਆ। ਤੇ ਜੇ ਉਹ ਆਪਣੇ ਬਾਪ ਵੱਲ ਵੇਖਦਾ ਵੀ ਸਾਡੇ ਘਰ 'ਚ ਕੌਣ ਜੱਜ ਬਣ ਸਕਦਾ, ਸਾਡੇ ਘਰ ਗਰੀਬਾਂ ਦੇ ਘਰ ਐਜੂਕੇਸ਼ਨ ਕਿੱਥੇ? ਨਾ ਭਾਈ, ਕਿਸਮਤ ਬਦਲੀ ਜਾ ਸਕਦੀ ਆ। ਜਿਹੜੇ ਹੱਥ ਵਿਖਾਉਣ ਵਾਲੇ ਚੱਕਰਾਂ 'ਚ ਪੈ ਰਹਿੰਦੇ ਨੇ, ਉਹ ਤਾਈਓਂ ਖੜੋਤ ਵਿੱਚ ਆ ਜਾਂਦੇ ਨੇ। ਕਿਸਮਤ ਬਦਲੀ ਹੈ। ਅੱਜ ਜਿਸ ਦੇਸ਼ ਵਿੱਚ ਆਪਾਂ ਬੈਠੇ ਹਾਂ, ਹਜ਼ਾਰਾਂ ਸਾਲਾਂ ਦੀ ਗੁਲਾਮੀ ਇਸ ਦੇਸ਼ ਨੇ ਸਹੀ। ਤੇ ਵਿਪਰ ਪਤਾ ਕੰਨਾਂ 'ਚ ਕੀ ਗੱਲ ਪਾਉਂਦਾ ਸੀ? ਇਹ ਗੁਲਾਮੀ ਤੁਹਾਡੀ ਕਿਸਮਤ ਵਿੱਚ ਲਿਖੀ ਹੋਈ ਹੈ, ਤੁਸੀਂ ਆਜ਼ਾਦ ਕਦੀ ਹੋ ਹੀ ਨਹੀਂ ਸਕਦੇ। ਇੱਥੇ ਆਜ਼ਾਦੀ ਦਾ ਨਿੱਘ ਮਾਣਿਆ ਗਿਆ, ਭਾਵੇਂ ਥੋੜ੍ਹੇ ਸਮੇਂ ਲਈ ਮਾਣਿਆ ਗਿਆ। ਇੱਥੇ ਦਰਾ ਖੈਬਰ ਦੇ ਰਾਹ ਬੰਦ ਕੀਤੇ ਗਏ, ਇੱਥੇ ਕਿਸਮਤ ਬਦਲੀ ਗਈ। ਤਾਂ ਹੀ ਤੇ ਕੋਈ ਵਿਦਵਾਨ ਨੇ ਲਿਖਿਆ ਸੀ, ਉਹ ਰਾਹਾਂ 'ਤੇ ਨਹੀਂ ਤੁਰਿਆ, ਉਹ ਤੁਰਿਆ ਸੀ ਤੇ ਰਾਹ ਬਣ ਗਏ। ਗੁਰੂ ਨਾਨਕ ਸਾਹਿਬ ਕਿਸੇ ਦੇ ਬਣਾਏ ਰਸਤੇ 'ਤੇ ਨਹੀਂ ਤੁਰੇ, ਗੁਰੂ ਨਾਨਕ ਸਾਹਿਬ ਤੁਰਦੇ ਗਏ, ਰਸਤਾ ਆਪਣੇ ਆਪ ਬਣਦਾ ਗਿਆ। ਆਕਾਸ਼ ਵਿੱਚ ਪੰਛੀ ਉੱਡਦਾ ਹੈ, ਪੰਛੀ ਆਪਣੇ ਆਲਣੇ 'ਚ ਉੱਡਣ ਲੱਗਿਆ ਕਿਸੇ ਨੂੰ ਪੁੱਛ ਕੇ ਨਹੀਂ ਉੱਡਦਾ ਕਿ ਅੱਜ ਮੈਂ ਉਡਾਨ ਭਰ ਲੱਗਾ, ਮੈਨੂੰ ਚੋਗਾ ਮਿਲੂ। ਉਹ ਤੁਰ ਪੈਂਦਾ, ਜਿੱਧਰ ਨੂੰ ਵੀ ਉਡਾਨ ਭਰਦਾ, ਰਾਹ ਆਪਣੇ ਆਪ ਬਣ ਜਾਂਦਾ। ਸਮੁੰਦਰ ਵਿੱਚ ਮੱਛੀ ਤੈਰਦੀ ਹੈ, ਉਹ ਰਾਹ ਨਹੀਂ ਪੁੱਛਦੀ, ਉਹ ਜਿੱਧਰ ਨੂੰ ਮੂੰਹ ਕਰਦੀ ਹੈ, ਰਾਹ ਉਹਦਾ ਆਪਣੇ ਆਪ ਬਣ ਜਾਂਦਾ ਹੈ। ਜਿੱਦਣ ਇਨਸਾਨ ਤੈਨੂੰ ਸਮਝ ਆ ਗਈ, ਤੂੰ ਆਪਣੇ ਰਾਹ ਖੁਦ ਆਪ ਬਣਾਉਣੇ ਨੇ, ਤੈਨੂੰ ਬਣੇ ਰਾਹ ਨਹੀਂ ਮਿਲਣੇ। ਤੈਨੂੰ ਕੰਮ ਕਰਨੇ ਜੇ ਬਣੇ ਰਾਹ ਮਿਲਦੇ ਤੇ ਉਹ ਪੇਂਟ ਕਰਨ ਵਾਲਾ ਵਿਅਕਤੀ, ਉਹਦਾ ਬੇਟਾ ਕਹਿ ਸਕਦਾ ਸੀ, ਡੈਡੀ ਮੈਂ ਕਿੱਦਾਂ ਪੜ੍ਹਾਂ, ਕਿਉਂਕਿ ਮੇਰੇ ਸਾਹਮਣੇ ਰਾਹ ਕੋਈ ਨਹੀਂ ਹੈਗਾ। ਤੇ ਅੱਜ ਰਾਹ ਉਹਦੇ ਬੇਟੇ ਨੇ ਖੁਦ ਆਪ ਬਣਾਇਆ। ਤੁਹਾਨੂੰ ਸੈਂਕੜੇ ਇੱਦਾਂ ਦੀਆਂ ਐਗਜ਼ਾਮਪਲਾਂ ਮਿਲ ਜਾਣਗੀਆਂ ਜਿੱਥੇ ਝੌਂਪੜੀ 'ਚ ਰਹਿਣ ਵਾਲਾ ਵਿਅਕਤੀ, ਉਹਦਾ ਬੱਚਾ ਜੱਜ ਬਣਦਾ ਹੈ, IPS ਕਰਦਾ ਹੈ, ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚਦਾ। ਕਿਉਂ? ਉਹ ਆਪਣੀ ਤਕਦੀਰ, ਆਪਣੀ ਸੋਚ ਬਦਲਦੇ ਨੇ। ਤੋ ਗੱਲ ਫਿਰ ਉੱਥੇ ਆਉਂਦੀ ਘੁੰਮ ਫਿਰਾ ਕੇ, ਜਦੋਂ ਤੱਕ ਅਸੀਂ ਆਪ ਸੱਚ ਤੋਂ ਜਾਣੂ ਨਹੀਂ ਹੁੰਦੇ, ਜ਼ਿੰਦਗੀ ਦੇ ਅਸੀਂ ਅਸਲੀ ਤਜਰਬੇ ਨੂੰ ਨਹੀਂ ਸਮਝ ਸਕਦੇ। ਇਹੋ ਪਾਤਸ਼ਾਹ ਦੀ ਬਾਣੀ ਸਮਝਾਉਂਦੀ ਹੈ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਸਾਰੇ ਬੋਲੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ। ਹੁਣ ਇਹਦਾ ਅਰਥ ਪਤਾ ਕੀ ਹੈ? ਹੇ ਮੇਰੇ ਮਾਲਕਾ,
ਮੇਰੇ ਵਾਸਤੇ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਪਤਾ ਕਿਹੜੀਆਂ ਨੇ? ਜਿਵੇਂ ਇੱਕ ਬੱਚਾ ਆਪਣੇ ਪਿਓ ਨੂੰ ਕਹਿੰਦਾ, ਬਾਪੂ ਉਹ ਮੇਰਾ ਫਲਾਣਾ ਦੋਸਤ ਹੈ, ਉਹਦੀ 200 ਕਿੱਲਾ ਜ਼ਮੀਨ ਆ, ਪਰ ਉਹਦਾ ਪਿਓ ਤੇ ਖੁਸ਼ ਨਹੀਂ। ਮੇਰੀ ਜ਼ਮੀਨ ਭਾਵੇਂ 3 ਕਿੱਲੇ ਹੀ ਆ, ਜੇ ਮੇਰੇ ਪਿਓ ਮੇਰੇ ਤੇ ਖੁਸ਼ ਆ ਨਾ, ਆ ਮੇਰੀ 3 ਕਿੱਲੇ ਜ਼ਮੀਨ ਵੀ 3000 ਏਕੜ ਵਰਗੀ ਹੈ, ਕਿਉਂਕਿ ਮੇਰਾ ਬਾਪੂ ਤੇ ਮੇਰੇ ਤੇ ਖੁਸ਼ ਆ ਨਾ, ਮੇਰਾ ਪਿਓ ਤੇ ਮੇਰੇ ਤੇ ਪ੍ਰਸੰਨ ਹੈ ਨਾ। ਹੇ ਮੇਰੇ ਮਾਲਕ ਜੀ, ਤੁਸੀਂ ਮੇਰੇ ਤੇ ਪ੍ਰਸੰਨ ਹੋਵੋ, ਤੁਹਾਡੇ ਨਾਲ ਮੇਰੀ ਬਣਦੀ ਹੋਵੇ, ਤੁਹਾਡੇ ਨਾਲ ਮੇਰੀ ਬਣਨੀ ਹੀ ਮੇਰੇ ਵਾਸਤੇ ਲੱਖਾਂ ਖੁਸ਼ੀਆਂ ਨੇ, ਤੁਹਾਡੇ ਨਾਲ ਮੇਰੀ ਬਣਨੀ ਹੀ ਲੱਖਾਂ ਪਾਤਸ਼ਾਹੀਆਂ ਨੇ, ਤੁਹਾਡੇ ਨਾਲ ਮੇਰੀ ਬਣਨੀ ਹੀ ਮੈਂ ਆਪਣੇ ਆਪ ਵਿੱਚ ਰਾਜਾ ਹਾਂ, ਮੈਨੂੰ ਕਿਸੇ ਕੋਲੋਂ ਰਾਜ ਭਾਗ ਮੰਗਣ ਦੀ ਕੀ ਲੋੜ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਇਹ ਕੰਡੀਸ਼ਨ ਹੈ, ਇਹ ਕੁਐਸਚਨ ਮਾਰਕ ਹੈ, ਜੇ ਸਤਿਗੁਰ ਨਦਰ ਕਰੇ, ਜੇ ਮੈਂ ਉਹਦੀ ਨਦਰ ਦਾ ਪਾਤਰ ਬਣ ਜਾਵਾਂ। ਨਦਰ ਦਾ ਪਾਤਰ ਬਣਨੇ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਨੇ। ਨਿਮਖ ਏਕ ਨਿਮਖ, ਜਿੰਨਾ ਹੁਣ ਦਹੀਂ ਜਿੰਨਾ ਦੁੱਧ ਹੁੰਦਾ, ਜਾਗ ਥੋੜ੍ਹਾ ਉਨੀ ਲਾਉਣ ਦੀ ਲੋੜ ਪੈਂਦੀ ਹੈ। 10 ਕਿਲੋ ਦੁੱਧ ਨੂੰ ਜਾਗ ਲਾਉਣੀ ਹੋਵੇ, ਜਾਗ ਵੀ 10 ਕਿਲੋ ਚਾਹੀਦੀ ਹੈ, ਉਹ ਤਾਂ ਮਾੜਾ ਜਿਹਾ ਖੱਟਾ ਲਾ ਦਿਓ। ਜਾਗ ਤੇ ਗੁਆਂਢੀਆਂ ਕੋਲੋਂ ਵੀ ਮੰਗਵੀ ਮਿਲ ਜਾਂਦੀ ਹੈ। ਕਈ ਵਾਰੀ ਦਹੀਂ ਵੱਧ ਖਾ ਲੈਣਾ, ਸ਼ਾਮਾਂ ਨੂੰ ਕਹਿਣਾ ਵੀ ਹੁਣ ਤੇ ਜਾਗ ਲਾਉਣ ਲਈ ਹੈ ਹੀ ਨਹੀਂ, ਕਹਿਣਾ ਜਾ ਭੱਜ ਕੇ ਤਾਈ ਘਰੋਂ, ਬੋਲੋ ਪਿਆਰਿਓ, ਚਾਚੀ ਘਰੋਂ ਜਾਗ ਲਿਆ। ਜਾਗ ਗੁਆਂਢੀ ਦੇ ਸਕਦੇ ਆ, ਉਹ ਰੋਜ਼ ਲੈਣ ਚੱਲ ਜਾਓ ਭਾਵੇਂ ਜਾਗ, ਕਿਉਂਕਿ ਪਤਾ 2 ਚਮਚੇ ਨੇ। ਪਰ ਜੇ ਤੁਸੀਂ ਰੋਜ਼ ਦੁੱਧ ਲੈਣ ਚੱਲ ਜਾਓ ਅਗਲੇ ਦੇ ਘਰੋਂ ਫ੍ਰੀ, ਉਹ ਕਹਿੰਦੇ ਨਾ ਭਾਈ, ਦੁੱਧ ਜਾਂ ਤੇ ਮੁੱਲ ਲਓ ਤੇ ਜਾਂ ਘਰ ਮੱਝ ਰੱਖੋ। ਜਾਗ ਗੁਆਂਢੀ ਦੇ ਸਕਦੇ ਆ। ਇੱਥੇ ਸ਼ਬਦ ਵਰਤਿਆ ਨਿਮਖ, ਇੱਕ ਨਿਮਖ ਮਾਤਰ ਵੀ ਕਿਤੇ ਚਿਣਗ ਲੱਗ ਗਈ ਨਾ, ਇਸ ਨੂੰ ਆਖਿਆ ਸੀ ਕਿਣਕਾ ਇੱਕ ਜੇ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਲੱਖਾਂ ਮਣ ਲੱਕੜਾਂ ਦਾ ਢੇਰ ਲੱਗਾ ਹੋਵੇ, ਉਹਨੂੰ ਸਾੜਨ ਲਈ ਅੱਗ ਲੱਖਾਂ ਮਣ ਨਹੀਂ ਚਾਹੀਦੀ। ਇਹ ਨਿੱਕੀ ਜੀ ਅੱਗ ਦੀ ਚੰਗਿਆੜੀ ਵੀ ਲੱਖਾਂ ਮਣ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਤੇਰੀ ਜ਼ਿੰਦਗੀ 'ਚ ਇੱਕ ਨਿੱਕੀ ਜੀ ਸਿੱਖਿਆ ਵੀ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰ ਸਕਦੀ ਹੈ। ਤੂੰ ਨਸ਼ਿਆਂ 'ਚ ਗਰਕ ਹੋਇਆ ਪਿਆ ਹੈ, ਪਤਾ ਨਹੀਂ ਕਿਹੜੇ ਵਕਤ, ਕਿਹੜੇ ਸਮੇਂ, ਕਿਹੜੀ ਲਾਈਨ, ਕਿਹੜੀ ਪੰਕਤੀ, ਕਿਹੜੇ ਬੰਦੇ ਦੇ ਬੋਲਾਂ ਨੇ ਤੈਨੂੰ ਐਸਾ ਟੁੰਬਣਾ ਹੈ। ਤੂੰ ਰਾਤ ਨਸ਼ੇੜੀ ਸੁੱਤਾ ਹੈ, ਸਵੇਰੇ ਨਸ਼ਾ ਤੇਰੇ ਕੋਲ ਹੈ ਹੀ ਨਹੀਂ। ਰਾਤ ਤੂੰ ਐਬਾਂ 'ਚ ਸੁੱਤਾ ਹੈ, ਸਵੇਰੇ ਤੇਰੇ ਕੋਲ ਐਬ ਹੈ ਹੀ ਨਹੀਂ। ਬੰਦਿਆ, ਤੇਰੇ ਕੋਲ ਏਡੀ ਵੱਡੀ ਕਲਾ ਹੈ, ਤੂੰ ਆਪਣੇ ਆਪ ਨੂੰ ਚੇਂਜ ਕਰ ਸਕਦਾ ਹੈ, ਤੂੰ ਆਪਣੇ ਆਪ ਨੂੰ ਬਦਲ ਸਕਦਾ ਹੈ, ਇਹ ਤੇਰੇ ਕੋਲ ਹੀ ਕਲਾ ਹੈ। ਤੋ ਇਸ ਕਰਕੇ ਪਾਤਸ਼ਾਹ ਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜਿਸ ਕੋ ਪੂਰਬ ਲਿਖਿਆ, ਪੂਰਬ ਦਾ ਅਰਥ ਕੀ ਹੈ? ਪਹਿਲਾ। ਧਿਆਨ ਨਾਲ ਸੁਣਿਓ। ਹੁਣ ਆਪਾਂ ਜਲ ਪਾਣੀ ਛਕ ਕੇ ਪੰਡਾਲ 'ਚ ਬੈਠੇ ਹਾਂ, ਜਿਹੜਾ ਆਪਾਂ ਜਲ ਪਾਣੀ ਛਕਿਆ ਨਾ, ਇਹ ਸਾਡੇ ਲਈ ਪੂਰਬਲਾ ਹੋ ਗਿਆ ਹੁਣ, ਕਿਉਂਕਿ ਪਹਿਲਾਂ ਛਕਿਆ। ਵੈਸੇ ਤਾਂ ਹੁਣ ਆਪਾਂ ਬੈਠੇ ਹਾਂ ਇੱਥੇ, ਜਿਹੜੇ ਸਕਿੰਟ ਵਿੱਚ ਆਪਾਂ ਜ਼ਿੰਦਗੀ ਜੂ ਰਹੇ ਹਾਂ ਨਾ, ਉਸ ਬੈਠਿਆਂ ਉਹ ਪੂਰਬਲਾ ਹੁੰਦਾ ਜਾਂਦਾ। ਤੁਸੀਂ ਆਪਣੀ ਘੜੀ ਵੱਲ ਵੇਖੀ ਜਾਓ, ਇੱਦਾਂ ਸੂਈ ਘੁੰਮ ਰਹੀ ਹੈ ਸਕਿੰਟਾਂ ਵਾਲੀ, ਉਹ ਸੂਈ ਘੁੰਮਦਿਆਂ ਤੁਹਾਡਾ ਧਿਆਨ ਹੈ ਇਹਦਾ 12 ਤੇ, ਤੁਹਾਡੇ ਵੇਂਦਿਆਂ 12 1 ਹੋ ਜਾਣਾ ਹੈ, 2 ਹੋ ਜਾਣੇ ਆ, 3 ਸੈਕਿੰਡ 4 ਸੈਕਿੰਡ, ਉਹ ਸੈਕਿੰਡ ਘੁੰਮਦਿਆਂ ਤੁਹਾਡਾ ਪੂਰਬਲਾ ਸਮਾਂ ਆਪਣੇ ਆਪ ਤੁਰਿਆ ਆ ਰਿਹਾ ਹੈ। ਜਿਹੜੇ ਕਹਿੰਦੇ ਤੇਰੇ ਇਹ ਪੂਰਬਲੇ ਕਰਮ ਹੀ ਮਾੜੇ ਨੇ, ਇਹਨੇ ਪੂਰਬਲੇ ਕਰਮ ਹੀ ਮਾੜੇ ਕੀਤੇ ਨੇ। ਹੁਣ ਜੇ ਇੱਦਾਂ ਵੇਖੀਏ ਤੇ ਜਿਹੜੇ ਲੋਕ ਵਿਚਾਰੇ ਗਰੀਬੀ ਜੰਮ ਕੇ ਉੱਚੇ ਅਹੁਦਿਆਂ 'ਤੇ ਪਹੁੰਚੇ, ਜੇ ਉਹ ਪੂਰਬਲੇ ਕਰਮਾਂ ਨੂੰ ਰੋਈ ਜਾਂਦੇ, ਉਹ ਜ਼ਿੰਦਗੀ ਵਿੱਚ ਕਦੀ ਵੀ ਕਾਮਯਾਬ ਨਹੀਂ ਸੀ ਹੋ ਸਕਦੇ। ਗੁਰੂ ਸਾਹਿਬ, ਜੇ ਤੁਸੀਂ ਇੱਦਾਂ ਪੂਰਬਲੇ ਕਰਮਾਂ ਦੀ ਭਾਣੀ ਇਹ ਪਾਓਗੇ ਵੀ ਪਿਛਲੇ ਕਰਮਾਂ 'ਚ ਲਿਖਿਆ ਹੈ, ਪਿਛਲੇ ਕਰਮਾਂ 'ਚ, ਪਿਛਲੇ ਜਨਮ 'ਚ ਸਾਡੇ ਰੱਬ ਨੇ ਕਰਮਾਂ 'ਚ ਲਿਖ ਦਿੱਤਾ ਸੀ, ਫਿਰ 84 ਜੋ ਕੁਝ ਸਾਡੇ ਨਾਲ ਹੋਇਆ ਮੰਨ ਲਈਏ ਕਿ ਰੱਬ ਨੇ ਕਲਮ ਫੜ ਕੇ ਲਿਖਿਆ ਸੀ, ਸਿੱਖੋ ਤੁਹਾਡੇ ਨਾਲ ਇੱਦਾਂ ਹੋਣਾ ਹੈ, ਮੰਨ ਕੇ ਚੱਲੀਏ ਕਿ ਜ਼ਿੰਦਗੀ ਵਿੱਚ ਇਹ ਬੜਾ ਗੰਭੀਰ ਵਿਸ਼ਾ ਹੈ। ਅੱਜ ਸਮੱਸਿਆ ਇਹ ਆ ਕਿ ਇਹਨਾਂ ਵਿਸ਼ਿਆਂ ਨੂੰ ਅਸੀਂ ਖੁਦ ਪੜ੍ਹਨ ਨੂੰ ਤਿਆਰ ਨਹੀਂ ਹੈਗੇ। ਪੂਰਬ ਦਾ ਅਰਥ ਹੈ ਪਹਿਲਾਂ। ਜਿੱਦਣ ਬੱਚਾ ਉੱਚੇ ਅਹੁਦੇ 'ਤੇ, ਜਦੋਂ ਬੱਚਾ ਡਾਕਟਰ ਬਣਦਾ ਹੈ ਅਤੇ ਉਹਦੇ ਪਰਿਵਾਰ ਵਾਲੇ ਉਹਨੂੰ ਮਿਲ ਕੇ, ਉਹਦੇ ਰਿਸ਼ਤੇਦਾਰ ਕਹਿੰਦੇ ਨੇ ਤੁਹਾਡੇ ਪੂਰਬਲੇ ਕਰਮ ਜਾਗੇ, ਤੁਹਾਡਾ ਬੱਚਾ ਡਾਕਟਰ ਬਣਿਆ। ਉਹ ਪੂਰਬਲੇ ਕਰਮ ਕਿਦਣ ਜਾਗੇ ਸੀ? ਜਿੱਦਣ ਬੱਚੇ ਨੇ ਡਾਕਟਰ ਬਣ ਲਈ ਪਹਿਲੇ ਦਿਨ ਕਿਤਾਬ ਨੂੰ ਆਪਣੇ ਹੱਥ ਵਿੱਚ ਫੜਿਆ ਸੀ, ਉਦੋਂ ਉਹਨੇ ਡਾਕਟਰ ਬਣਨ ਦੀ ਨੀਂਹ ਰੱਖ ਦਿੱਤੀ ਸੀ। ਉਦੋਂ ਤੋਂ ਬਾਅਦ ਉਹ ਨੀਂਦ, ਭੁੱਖ, ਪਿਆਸ ਹਰ ਇੱਕ ਨਾਲ ਲੜਿਆ ਅਤੇ ਅੱਜ ਉਹ ਇਸ ਅਹੁਦੇ ਤੱਕ ਪਹੁੰਚਿਆ। ਜਿੱਦਣ ਇਸ ਖੇਡ ਦੀ ਸਮਝ ਆ ਗਈ ਨਾ ਪਿਆਰਿਓ, ਮਾਣ ਮਹਿਸੂਸ ਹੋਣਾ ਸਾਨੂੰ ਆਪਣੇ ਗੁਰੂ ਦੀ ਗੋਦ ਵਿੱਚ ਬਹਿਣ ਲੱਗਿਆ ਵੀ ਸੱਚਿਆ ਪਾਤਸ਼ਾਹ ਇੰਨੀਆਂ ਪਿਆਰੀਆਂ ਕੁੰਡੀਆਂ ਖੋਲ੍ਹ ਕੇ ਸਾਨੂੰ ਸਮਝਾਇਆ ਜੇ,
ਐਡਾ ਗੰਮੀ ਗਿਆਨ ਅਸੀਂ ਸੋਹਣੇ ਰਮਾਲੇ ਪਾ ਕੇ ਸਿਰਫ ਚੌਰ ਕੀਤੇ, ਪ੍ਰਕਰਮਾਂ ਕੀਤੀਆਂ। ਕਾਸ਼ ਕਿਤੇ ਰਮਾਲਾ ਚੁੱਕ ਕੇ ਥੱਲੇ ਪੜ੍ਹਿਆ ਹੁੰਦਾ ਵੀ ਐਡੀਆਂ ਸਿਆਣੀਆਂ ਗੱਲਾਂ ਗੁਰੂ ਸਾਹਿਬ ਨੇ ਲਿਖੀਆਂ ਸਾਡੇ ਜੀਵਨ ਲਈ, ਪਰ ਇਸ ਬੰਨੇ ਅਸੀਂ ਤੁਰ ਨਾ ਪਾਏ। ਪਾਤਸ਼ਾਹਾਂ ਦੇ ਪੂਰਬ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ, ਉਹਨੇ ਆਪਣੇ ਗੁਰੂ ਦੇ ਸ਼ਬਦ ਰੂਪੀ ਚਰਨ ਘੁੱਟ ਕੇ ਫੜ ਲਏ। ਸਫਲ ਮੂਰਤ, ਮੰਮਾ ਰਾਰਾ ਤੇ ਤੱਤਾ, ਇਹ ਮੂਰਤ ਸ਼ਬਦ ਸ਼ਕਲ ਲਈ ਵੀ ਆਉਂਦਾ, ਅਕਾਲ ਮੂਰਤ। ਇੱਥੇ ਮੂਰਤ ਦਾ ਅਰਥ ਹੈ ਸਮਾਂ। ਜਿਵੇਂ ਆਪਾਂ ਨਹੀਂ ਕਹਿੰਦੇ ਮੈਂ ਮੂਰਤ ਕਢਾਇਆ ਹੁਣ ਕੋਠੀ ਪਾਉਣ ਲੱਗਾ, ਪਾਤਸ਼ਾਹ ਕਹਿੰਦੇ ਨੇ ਤੈਨੂੰ ਕੋਈ ਸਮਾਂ ਪੁੱਛਣ ਦੀ ਲੋੜ ਨਹੀਂ, ਕਿਹੜਾ ਸਮਾਂ ਚੰਗਾ ਤੇ ਕਿਹੜਾ ਮਾੜਾ ਵਾ, ਆ ਮੈਂ ਤੈਨੂੰ ਦੱਸ ਦੇਣਾ ਸਮਾਂ ਚੰਗਾ ਤੇ ਮਾੜਾ ਕਿਹੜਾ ਹੁੰਦਾ। ਸਫਲ ਮੂਰਤ, ਉਹ ਮੂਰਤ ਉਹ ਸਮਾਂ ਸਫਲ ਵਾ। ਸਫਲ ਮੂਰਤ ਸਫਲਾ ਘੜੀ, ਉਹ ਘੜੀ ਸਫਲ ਆ। ਮਹਾਰਾਜ ਕਿਹੜੀ? ਜਿਤ ਸੱਚੇ ਨਾਲ ਪਿਆਰ। ਜਿੱਦਣ ਤੇਰਾ ਸੱਚ ਨਾਲ ਪਿਆਰ ਪੈ ਜਾਂਦਾ, ਉਹ ਦਿਨ, ਉਹ ਪਲ, ਉਹ ਘੜੀ, ਉਹ ਸਕਿੰਟ ਤੇਰੇ ਵਾਸਤੇ ਦੁਨੀਆ 'ਤੇ ਸਭ ਤੋਂ ਚੰਗੇ ਮੰਨੇ ਜਾਣਗੇ। ਜਿੱਦਣ ਤੇਰੇ ਕੋਲ ਸੱਚ ਹੋਏਗਾ। ਜਿੱਦਣ ਤੇਰੇ ਕੋਲ ਸੱਚ ਨਾ ਹੋਇਆ, ਉਦਣ ਭਾਵੇਂ ਤੂੰ ਕਿਸੇ ਨੂੰ ਪੁੱਛ ਕੇ ਵੀ ਤੁਰ ਲਈ, ਉਹ ਦਿਨ ਤੇਰੇ ਵਾਸਤੇ ਮਾੜਾ ਹੋਏਗਾ। ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ, ਸਾਰੇ ਬੋਲੋ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੇ, ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ। ਤੂੰ ਦਿਨਾਂ ਦੀ ਗੱਲ ਕਰਦਾ ਪਿਆਰਿਆ, ਪਾਤਸ਼ਾਹ ਕਹਿੰਦੇ ਉਹ ਰੁੱਤ ਵੀ ਫਿਟਕਾਰਯੋਗ ਹੋਏਗੀ ਜਿੱਥੇ ਤੈਨੂੰ ਮਾਲਕ ਦੀ ਵਿਚਾਰ ਭੁੱਲ ਗਈ, ਗੁਰੂ ਦਾ ਉਪਦੇਸ਼ ਭੁੱਲ ਗਿਆ। ਨਾਨਕ ਤਿਨਾ ਬਸੰਤ ਹੈ। ਬਸੰਤ ਰੁੱਤ ਆਉਂਦੀ ਹੈ ਨਾ, ਫੁੱਲ ਖਿੜਦੇ ਆ। ਹੁਣ ਕਿਸੇ ਅੰਦਰੋਂ ਦੁਖੀ ਬੰਦੇ ਨੂੰ ਤੁਸੀਂ ਬਗੀਚੇ 'ਚ ਲੈ ਜਾਓ, ਉਹਨੂੰ ਕਹੋ ਵੀ ਆਹ ਵੇਖ ਕਿੰਨੇ ਸੋਹਣੇ ਫੁੱਲ ਖਿੜੇ ਆ, ਅੰਦਰੋਂ ਦੁਖੀ ਬੰਦੇ ਨੂੰ ਖਿੜੇ ਹੋਏ ਫੁੱਲਾਂ ਵੱਲ ਵੇਖ ਕੇ ਵੀ ਖੁਸ਼ੀ ਨਹੀਂ ਆਉਂਦੀ, ਕਿਉਂਕਿ ਆਪ ਵਿਚਾਰਾ ਅੰਦਰੋਂ ਮੁਰਝਾਇਆ ਹੋਇਆ ਹੈ। ਅਤੇ ਜਿਹੜਾ ਬੰਦਾ ਅੰਦਰੋਂ ਖੁਸ਼ ਹੋਵੇ, ਉਹ ਹਰ ਥਾਂ 'ਤੇ ਜਾ ਕੇ ਮੁਸਕਰਾਏਗਾ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਸਾਪੁਰੀ ਸੇ ਐਨਸ ਫਿਰੈ ਜਲੰਤ। ਜਿਨ੍ਹਾਂ ਦੇ ਅੰਦਰ ਸੱਚ ਵਸਦਾ, ਉਹਨਾਂ ਵਾਸਤੇ ਸਦਾ ਹੀ ਬਸੰਤ ਹੁੰਦੀ ਹੈ। ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨਾ ਲੱਗਈ, ਜਿਸ ਹਰ ਕਾ ਨਾਮ ਆਧਾਰ। ਬਾਂਹ ਪਕੜ ਗੁਰ ਕਾਢਿਆ। ਹੁਣ ਧਿਆਨ ਨਾਲ ਸੁਣਿਓ, ਬੜੀ ਪਿਆਰੀ ਐਗਜ਼ਾਮਪਲ ਹੈ ਵੀ ਬਾਂਹ ਫੜ ਕੇ ਗੁਰੂ ਬਾਹਰ ਕੱਢ ਲੈਂਦਾ। ਹੁਣ ਗੁਰੂ ਤੇ ਸਾਡਾ ਗਿਆਨ ਹੈ, ਸ਼ਬਦ, ਇਹ ਕਿੱਦਾਂ ਸਾਡੀ ਬਾਂਹ ਫੜੂ? ਇੱਥੇ ਫੇਰ ਟਪਲਾ ਖਾ ਜਾਣਾ ਕਈਆਂ ਨੇ ਵੀ ਬਾਂਹ ਫੜਨ ਵਾਸਤੇ ਫਿਰ ਕਿ ਦੇਹ ਧਾਰੀ ਬਾਬੇ ਕੋਲ ਜਾਣਾ ਪੈਣਾ ਨਾ, ਕਿਉਂਕਿ ਬਾਂਹ ਉਹੋ ਹੀ ਫੜੂ ਜਿਹਦੀ ਆਪਣੀ ਬਾਂਹ ਹੋਏਗੀ। ਹੁਣ ਕੋਈ ਬੰਦਾ ਨਦੀ 'ਚ ਰੁੜ ਰਿਹਾ, ਉਹਨੂੰ ਤੁਸੀਂ ਕਹੋ ਲਿਆ ਬਾਂਹ ਫੜਾ ਮੈਂ ਤੈਨੂੰ ਬਾਹਰ ਖਿੱਚਾਂ, ਤੇ ਬੰਦਾ ਖਿੱਚੂਗਾ ਵੀ ਤਾਂ ਹੀ ਜੇ ਉਹਦੀ ਆਪਣੀ ਬਾਂਹ ਹੋਏਗੀ। ਇੱਥੇ ਕਿਹਾ ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਬਾਂਹ ਫੜ ਕੇ ਮੇਰੇ ਗੁਰੂ ਨੇ ਮੈਨੂੰ ਬਾਹਰ ਕੱਢ ਲਿਆ। ਇਹ ਮੁਹਾਵਰਾ ਵਾ। ਪਤਾ ਕਿੱਦਾਂ? ਜਿਵੇਂ ਆਪਣਾ ਕੋਈ ਦੋਸਤ ਮਿੱਤਰ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਹੋਵੇ, ਆਪਣੇ ਘਰ ਕੋਈ ਬਿਪਤਾ ਪੈ ਜਾਏ, ਕੋਈ ਦੁੱਖ ਤਕਲੀਫ ਆ ਜਾਏ, ਉਹਨੂੰ ਲੱਗ ਜਾਏ ਪਤਾ, ਉਹ ਕਹੇ ਮੈਂ ਆਪਣੇ ਦੋਸਤ ਦੀ ਹੈਲਪ ਕਰਨੀ ਪਈ, ਉਹਦਾ ਪੁੱਤਰ ਬਿਮਾਰ ਆ, ਉਹ ਤੁਹਾਡੇ ਅਕਾਊਂਟ ਵਿੱਚ ਕੁਝ ਮਾਇਆ ਪਾ ਦੇਵੇ, ਤੁਸੀਂ ਆਪਣਾ ਪੁੱਤਰ ਬਚਾ ਲਓ, ਠੀਕ ਹੋ ਜਾਏ, 2-4 ਸਾਲਾਂ ਬਾਅਦ ਉਹ ਤੁਹਾਡੇ ਪੈਸੇ ਵਾਪਸ ਕਰ ਦੇਵੇ, ਅਤੇ ਨਾਲੇ ਪੈਸੇ ਤੇ ਵਾਪਸ ਕਰ ਦੇਵੇਗਾ। ਪਰ ਜਦੋਂ ਤੁਸੀਂ ਕਿਸੇ ਦੋਸਤ ਮਿੱਤਰ ਦੇ ਕੋਲ ਬਹੋਗੇ, ਇੱਕ ਗੱਲ ਬਾਰ-ਬਾਰ ਕਹੋਗੇ, ਪਤਾ ਕੀ, ਜੇ ਮੇਰਾ ਦੋਸਤ ਉਦੋਂ ਮੇਰੀ ਬਾਂਹ ਨਾ ਫੜਦਾ ਤੇ ਸ਼ਾਇਦ ਮੇਰਾ ਬੱਚਾ ਅੱਜ ਦੁਨੀਆ 'ਤੇ ਨਾ ਹੁੰਦਾ। ਭਲਾ ਉਹਨੇ ਬਾਂਹ ਫੜਨ ਲਈ ਤੁਹਾਡੇ ਕੋਲ ਆਇਆ ਸੀ? ਨਹੀਂ। ਬਾਂਹ ਫੜਨ ਲਈ ਜ਼ਰੂਰੀ ਨਹੀਂ ਤੁਸੀਂ ਕਿਸੇ ਦੇ ਕੋਲ ਆਓ, ਦੂਰ ਬੈਠ ਕੇ ਵੀ ਕਿਸੇ ਦੀ ਹੈਲਪ ਕਰਕੇ ਅਗਲੇ ਦੀ ਬਾਂਹ ਫੜੀ ਜਾ ਸਕਦੀ ਹੈ। ਆ ਘਟਨਾਵਾਂ ਵਾਪਰਦੀਆਂ ਨੇ, ਕਿਤੇ ਕਾਲ ਪੈ ਜਾਂਦਾ ਹੈ, ਕਿਤੇ ਵਰਖਾ ਵੱਧ ਹੋ ਗਈ, ਕਿਤੇ ਵਰਖਾ ਘੱਟ ਹੋ ਗਈ, ਸਾਰੇ ਬੰਦੇ ਤੇ ਹੈਲਪ ਕਰ ਲਈ ਉੱਥੇ ਨਹੀਂ ਪਹੁੰਚਦੇ, ਪਰ ਕੋਈ ਬੰਦਾ ਦੂਰ ਬੈਠਾ, ਕੋਈ ਕੱਪੜਾ, ਕੋਈ ਲੀੜਾ, ਆ ਦੂਰ ਕੀ ਜਾਣਾ ਹੈ। ਕਿਸਾਨੀ ਅੰਦੋਲਨ ਦੇ ਵਿੱਚ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੇ ਜੋ ਮਾਇਕ ਤੌਰ 'ਤੇ ਸਹਾਇਤਾ ਕੀਤੀ, ਕਿਸਾਨੀ ਅੰਦੋਲਨ 1 ਸਾਲ 13 ਦਿਨ ਚੱਲਿਆ, ਅਤੇ ਸਦਾ ਯਾਦ ਰਹੇਗਾ ਕਿ ਜੇ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾ, ਸਾਡੇ ਬੱਚੇ, ਸਾਡੀਆਂ ਧੀਆਂ ਇਸ ਅੰਦੋਲਨ ਦੀ ਬਾਂਹ ਨਾ ਫੜਦੇ, ਸ਼ਾਇਦ 1 ਸਾਲ 13 ਦਿਨ ਲਗਾਤਾਰ ਦਿੱਲੀ ਦੇ ਬਾਰਡਰਾਂ 'ਤੇ ਬੈਠਣਾ ਇੰਨਾ ਸੌਖਾ, ਉੱਚੀ ਬੋਲ ਕੇ ਦੱਸਿਓ, ਨਹੀਂ ਸੀ ਹੈਗਾ। ਉਹਦੀ ਵਜ੍ਹਾ ਸੀ ਕਿ ਉੱਥੇ ਇਕੱਲੀ ਆਪ ਰੋਟੀ ਨਹੀਂ ਖਾਧੀ, ਦਿੱਲੀ ਦੇ ਬਾਰਡਰਾਂ 'ਤੇ ਸੈਂਕੜੇ ਨਹੀਂ ਹਜ਼ਾਰਾਂ ਬੰਦਿਆਂ ਨੂੰ ਰੋਜ਼ ਪ੍ਰਸ਼ਾਦਾ ਵੀ ਛਕਾਇਆ। ਅਤੇ ਪਹਿਲੀ ਵਾਰ ਹੋਇਆ ਹੋਏਗਾ ਇਤਿਹਾਸ ਕਿ ਜਦੋਂ ਉੱਥੋਂ ਟੈਂਟ ਪੱਟ ਕੇ ਅਸੀਂ 11-10 ਦਸੰਬਰ ਨੂੰ ਚੱਲੇ ਸੀ, ਅਤੇ ਇਕੱਲੇ ਇਕੱਲੇ ਦੇ ਚਿਹਰੇ 'ਚ ਉਦਾਸੀ ਸੀ, ਅੱਖਾਂ 'ਚ ਅਥਰੂ ਸੀ,
ਖੁਸ਼ੀ ਹੋਣੀ ਚਾਹੀਦੀ ਸੀ। ਤੁਸੀਂ ਤੇ ਰੋਡ ਸਾਫ਼ ਕਰਕੇ ਚੱਲੇ ਜੇ, ਅਸੀਂ ਤੇ ਰਾਹ ਸਾਫ਼ ਕਰਕੇ ਚੱਲੇ ਹਾਂ। ਪਰ ਨਹੀਂ, ਉਦਾਸੀ ਕਿਹੜੇ ਗੱਲ ਦੀ ਸੀ ਕਿ ਇੱਕ ਪਰਿਵਾਰ ਉਜੜ ਕੇ ਚੱਲਿਆ ਸਾਡੇ ਕੋਲੋਂ। ਇਹ ਤਾਂ ਤੁਸੀਂ ਉੱਥੇ ਇੱਕ ਪੈਟਰੋਲ ਪੰਪ ਦਾ ਮਾਲਕ ਸੀ, ਜਿਹਨੂੰ ਪੱਤਰਕਾਰ ਜਾ ਕੇ ਪੁੱਛਦੇ ਨੇ ਕਿ ਤੇਰਾ 1 ਸਾਲ 13 ਦਿਨ ਪੈਟਰੋਲ ਪੰਪ ਬੰਦ ਰਿਹਾ, ਘਾਟਾ ਪਿਆ, ਤੇਰੇ ਨਾਲ ਅਫਸੋਸ ਪ੍ਰਗਟ ਕਰਨਾ ਹੈ। ਉਹਨੇ ਕਿਹਾ ਨਹੀਂ, ਮੈਨੂੰ ਲੱਖਾਂ ਕਰੋੜਾਂ ਦਾ ਘਾਟਾ ਮਨਜ਼ੂਰ ਸੀ, ਪਰ ਅੱਜ ਇੰਨਾ ਸੋਹਣਾ ਪਰਿਵਾਰ ਮੇਰੇ ਕੋਲੋਂ ਵਿਛੜ ਕੇ ਜਾ ਰਿਹਾ, ਮੈਂ ਸਦਮਾ ਬਰਦਾਸ਼ਤ ਨਹੀਂ ਕਰ ਸਕਦਾ। ਇਹ ਪਿਆਰ ਵੰਡਿਆ ਇਸ ਅੰਦੋਲਨ ਨੇ, ਮੁਹੱਬਤ ਵੰਡੀ। ਅਤੇ ਸ਼ਾਇਦ ਇਹਨਾਂ ਲੰਬਾ ਸਮਾਂ ਬਹਿਣ ਪਿੱਛੇ ਸਾਡਿਆਂ ਵਿਦੇਸ਼ਾਂ 'ਚ ਬੈਠੇ ਭੈਣ ਭਰਾਵਾਂ ਦਾ, ਭਾਵੇਂ ਪੰਜਾਬ ਦੇ ਹਰ ਵਰਗ ਨੇ, ਪਿੰਡ ਨੇ, ਹਰ ਇੱਕ ਪੜ੍ਹੇ ਲਿਖੇ ਨੇ, ਭਾਵੇਂ ਵਕੀਲ ਸੀ, ਭਾਵੇਂ ਡਾਕਟਰ ਸੀ, ਆਰਮੀ ਜੌਬ ਕਰਨ ਵਾਲੇ, ਪੁਲਿਸ ਅਫਸਰ, ਹਰ ਇੱਕ ਵਿਅਕਤੀ ਨੇ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਜਿੱਤ ਆਪਣੀ ਝੋਲੀ ਵਿੱਚ ਪਈ। ਇਹ ਸ਼ਾਇਦ ਸਦਾ ਯਾਦ ਰਹੇਗਾ। ਇੱਥੇ ਪਾਤਸ਼ਾਹ ਜੀ ਗੱਲ ਕਹਿੰਦੇ ਨੇ, ਬਾਂਹ ਫੜਨ ਵਾਸਤੇ ਜ਼ਰੂਰੀ ਨਹੀਂ ਕੋਈ ਕਿਸੇ ਦੇ ਕੋਲ ਆਵੇ, ਦੂਰ ਬੈਠਾ ਵੀ ਕਿਸੇ ਦੀ ਹੈਲਪ ਕੀਤੀ ਜਾ ਸਕਦੀ ਹੈ। ਤੋ ਗੱਲ ਸਮਝਿਓ, ਇੱਥੇ ਬਾਂਹ ਫੜਨ ਦਾ ਅਰਥ ਹੈ ਜਦੋਂ ਮੈਂ ਗਲਤ ਰਸਤੇ ਪੈਣ ਲੱਗਦਾ, ਗੁਰੂ ਦਾ ਉਪਦੇਸ਼ ਮੇਰੇ ਦਿਮਾਗ 'ਚ, ਮੇਰੇ ਬ੍ਰੇਨ 'ਚ ਇੱਕ ਹਰਕਤ ਕਰਦਾ ਅਤੇ ਮੇਰਾ ਦਿਮਾਗ ਮੇਰੇ ਸਰੀਰ ਨੂੰ ਅਗਵਾਈ ਦਿੰਦਾ। ਮੇਰੇ ਹੱਥ ਪੁੱਠੇ ਕੰਮ ਨਹੀਂ ਕਰਦੇ, ਪੈਰ ਗਲਤ ਰਸਤੇ 'ਤੇ ਨਹੀਂ ਤੁਰਦੇ, ਅੱਖਾਂ ਗਲਤ ਨਹੀਂ ਵੇਖਦੀਆਂ, ਅਤੇ ਮੈਂ ਇੰਝ ਮਹਿਸੂਸ ਕਰਦਾ ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੈ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਤੋਂ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਸਫਲ ਮਹੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨ ਲੱਗਈ, ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਅਖੀਰਲਾ ਬੰਦ ਕਹਿ ਕੇ ਖਿਮਾ ਮੰਗਾ, ਥਾਨ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਭਾ, ਉਹ ਥਾਨ ਬੜਾ ਸੋਹਣਾ ਹੈ, ਬੜਾ ਪਵਿੱਤਰ ਹੈ, ਜਿੱਥੇ ਸੰਤ ਸਭਾ, ਜਿੱਥੇ ਗੁਰੂ ਸੰਤ ਦੀ ਸਭਾ ਸੱਜੀ ਹੋਈ ਹੈ। ਕਹਿਣਗੇ ਥਾਨ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੇ, ਜਿਨ ਪੂਰਾ ਗੁਰੂ ਲੱਭਾ। ਉਹਨਾਂ ਨੂੰ ਅਸਲੀ ਆਸਰਾ ਮਿਲਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਪੂਰੇ ਗੁਰੂ ਦਾ ਲੜ ਫੜਿਆ ਹੈ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਹੈ ਨਾਨਕ ਆਖ, ਮੈਂ ਉਸ ਅਵਸਥਾ 'ਚ ਆਪਣਾ ਘਰ ਬਣਾ ਲਿਆ ਜਿੱਥੇ ਹੁਣ ਮ੍ਰਿਤੂ ਨਹੀਂ, ਜਿੱਥੇ ਵਕਾਰਾਂ ਦਾ ਵਡੇਪਾ ਨਹੀਂ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਆਓ ਦੋਨਾਂ ਪਰਿਵਾਰਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ਹੋਇਆਂ ਆਪਣੇ ਬੱਚਿਆਂ ਦੇ ਆਨੰਦ ਕਾਰਜਾਂ ਦੇ ਸੰਬੰਧ ਵਿੱਚ ਆਪਣੇ ਗ੍ਰਹਿ ਵਿਖੇ ਇਹ ਸੋਹਣਾ ਗੁਰਮਤਿ ਸਮਾਗਮ ਲਿਖਿਆ। ਤੁਸੀਂ ਰਿਸ਼ਤੇਦਾਰ ਇੱਕ ਪ੍ਰੇਰਨਾ ਲੈ ਕੇ ਜਾਇਓ ਆਪਣੇ ਬੱਚੇ ਬੱਚਿਆਂ ਦੇ ਆਨੰਦ ਕਾਰਜਾਂ 'ਤੇ ਵੀ। ਬਾਕੀ ਸਭ ਕੁਝ ਚੱਲੀ ਜਾਂਦਾ ਹੈ, ਨੱਚ ਲਓ, ਟੱਪ ਲਓ, ਸ਼ਰਾਬਾਂ ਦੇ ਦੌਰ, ਬੜਾ ਕੁਝ ਵਾਪਰਦਾ ਹੈ, ਪਰ ਕਾਸ਼ ਕਿਤੇ ਸਾਨੂੰ ਇੱਦਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ, ਪਿਆਰ, ਮੁਹੱਬਤ, ਗੁਰੂ ਦੀ ਬਾਣੀ ਸਮਝਣ ਦਾ ਇਹ ਸਾਨੂੰ ਚੇਟਕ ਲੱਗ ਜਾਏ। ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਹੋਏਗਾ, ਜ਼ਿੰਦਗੀ ਦਾ ਨਜ਼ਾਰਾ ਵੱਖਰਾ ਹੋਏਗਾ ਜਦੋਂ ਅਸੀਂ ਆਪਣੇ ਹਰ ਕਾਰਜ ਗੁਰੂ ਦੀ ਗੋਦ ਵਿੱਚ ਬੈਠ ਕੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਬਾਣੀ ਨੂੰ ਸਮਝਾਂਗੇ, ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਜਦੋਂ ਇੱਦਾਂ ਸਮਝਾਂਗੇ ਮਹਾਰਾਜ ਮੈਂ ਆਪਣੀ ਜ਼ਿੰਦਗੀ ਦੇ ਕਾਰਜ ਸਵਾਰਨਾ ਚਾਹੁੰਦਾ, ਤਾਂ ਫਿਰ ਕਿਹਨੂੰ ਕਹਿ, ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਗੁਰੂ ਬਖਸ਼ਿਸ਼ ਕਰੇ ਰਹਿੰਦਿਆਂ ਕਾਰਜਾਂ 'ਚ ਵਾਹਿਗੁਰੂ ਅਕਾਲ ਪੁਰਖ ਆਪ ਸਹਾਈ ਹੋਵੇ, ਦੋਨਾਂ ਪਰਿਵਾਰਾਂ 'ਚ ਪਿਆਰ ਬਣੇ। ਵੇਖੋ ਇਹ ਬੜੇ ਪਵਿੱਤਰ ਰਿਸ਼ਤੇ, ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਦੋਨਾਂ ਕਰਕੇ, ਲੜਕੇ ਅਤੇ ਲੜਕੀ ਕਰਕੇ ਦੋ ਪਰਿਵਾਰ ਜੁੜਦੇ ਨੇ। ਮਾਲਕ ਅੱਗੇ ਹੋਰ ਅਰਦਾਸ ਹੈ ਪਿਆਰ ਮੁਹੱਬਤ ਨਾਲ ਰਿਹਾ ਜਾਵੇ। ਇਹ ਬੜੀ ਵੱਡੀ ਦਾਤ ਹੈ, ਪਿਆਰ, ਮੁਹੱਬਤ, ਇੱਜ਼ਤ। ਕਿਉਂਕਿ ਜਦੋਂ ਅਸੀਂ ਸਮਾਜ ਵਿੱਚ ਰਿਸ਼ਤਿਆਂ 'ਚ ਵੇਖਦੇ ਹਾਂ, ਇੱਜ਼ਤ ਬੜੀ ਵੱਡੀ ਚੀਜ਼ ਹੈ, ਸਤਿਕਾਰ, ਕਦਰ, ਇਹ ਜਦੋਂ ਜ਼ਿੰਦਗੀ 'ਚ ਆਉਂਦਾ ਹੈ ਅਤੇ ਪਿਆਰ ਮੁਹੱਬਤ ਹੋਰ ਬਣਦਾ ਹੈ। ਦੁੱਖ ਤਕਲੀਫ ਵਿੱਚ ਹਰ ਇੱਕ ਦੇ ਨਾਲ ਖਲੋਣਾ। ਜਦੋਂ ਕਿਸੇ ਦੀ ਤਕਲੀਫ ਵਿੱਚ ਤੁਸੀਂ ਨਾਲ ਖਲੋਂਦੇ ਹੋ, ਉਹਦਾ ਦੁੱਖ, ਉਹਦੀ ਤਕਲੀਫ ਵੱਧਦੀ ਨਹੀਂ ਸਗੋਂ ਘਟਦੀ ਹੈ। ਜਦੋਂ ਕਿਸੇ ਦੀ ਖੁਸ਼ੀ ਸ਼ਾਮਲ ਹੁੰਦੇ ਆ, ਖੁਸ਼ੀ 4 ਗੁਣਾ ਹੋਰ ਵੱਧ ਜਾਂਦੀ ਹੈ। ਆਓ ਸਾਨੂੰ ਸਮਾਜ ਵਿੱਚ ਰਹਿ ਕੇ ਇੱਦਾਂ ਦੇ ਕਾਰਜ ਕਰਨ ਦੀ ਆਦਤ ਪੈ ਜਾਏ। ਸਾਰੇ ਵੀਰਾਂ ਦਾ ਧੰਨਵਾਦ, ਭੈਣਾਂ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ, ਦੋਨੋਂ ਪਰਿਵਾਰ, ਲੜਕੀ ਪਰਿਵਾਰ, ਲੜਕੇ ਪਰਿਵਾਰ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਗ੍ਰੰਥੀ ਸਾਹਿਬਾਨ, ਜਿੰਨੇ ਵੀ ਤੁਸੀਂ ਪ੍ਰਬੰਧਕ ਵੀਰ, ਬੜੇ ਹੀ ਸੁਲਝੇ ਹੋਏ ਵੀਰ, ਜਿਹੜੇ ਹਰ ਸਾਲ ਗੁਰਮਤਿ ਦੇ ਸਮਾਗਮ ਵੀ ਇਹਨਾਂ ਇਲਾਕਿਆਂ 'ਚ ਉਲੀਕਦੇ ਨੇ, ਆਪਾਂ ਸਾਰੇ ਰਲ ਮਿਲ ਕੇ ਗੁਰੂ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾਉਣ 'ਚ ਆਪਣਾ ਯੋਗਦਾਨ ਪਾਈਏ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਮੀਡੀਆ ਵਾਲੇ ਵੀਰ, ਕੈਮਰੇ ਵਾਲੇ, ਜਿਹੜੇ ਗੁਰੂ ਦੀ ਵਿਚਾਰ ਨੂੰ ਘਰ ਘਰ ਪਹੁੰਚਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਨੇ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।
ਉਦਮ ਉਪਰਾਲਾ ਆਪਣੀ ਜ਼ਿੰਦਗੀ 'ਚ ਕਰੋ। ਬੇਨਤੀ ਅਖੀਰ ਤੇ ਇੱਕ ਦੋ ਜ਼ਰੂਰੀ ਕਰਨੀਆਂ ਨੇ। ਸਹਿਜ ਪਾਠ ਆਪ ਕਰੋ, ਗੁਰਬਾਣੀ ਖੁਦ ਪੜ੍ਹੋ, ਵਹਿਮਾਂ ਭਰਮਾਂ ਪਖੰਡਾਂ 'ਚੋਂ ਨਿਕਲ ਕੇ ਨਸ਼ਿਆਂ ਦਾ ਤਿਆਗ ਕਰਕੇ ਸਿਰ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਾਉਣਾ ਹੈ। ਜਿੰਨਾ ਮਰਜ਼ੀ ਕੋ ਸਤਿਕਾਰਯੋਗ ਮਿਲੇ, ਫਤਿਹ ਬੁਲਾਓ, ਆਗੇ ਆਵੇ ਸਿੰਘ ਜੋ ਪਾਵੈ। ਸਾਰੇ ਬੋਲੋ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਪਰ ਸਿਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਾਉਣਾ ਹੈ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ। ਤਹਿ ਦਿਲੋਂ ਧੰਨਵਾਦ। ਭੁੱਲਾਂ ਮੇਰੀਆਂ ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਜੀ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।